ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਲ ਕਰਨਾ ਨਿਦਾਨ, दीन दुनिया के मालक धन धन साहिब श्री गुरु ग्रंथ साहिब जियां दी पवित्र गोद विच बड़े ही सत्कार सहित शाम के दीवाना अंदर आप जी जुड़ बैठे हो। भागा भरिया समा सतगुरां दी कृपा नाल मिलिया। आओ इनू सफला बनाइए। गुरु इतिहास के पावन प्रसंगां दे विचों आप जी ने सरवण कीता सी। जदों किंदर सैन ते भाई झड्डा जी ने गुरु नानक पातशाह जी दे पासों ज्ञान दी दात मंगी, सतगुरां ने दशना दे विच सारा कुछ ही मंग लिया। आखण लगे साहिब जी अपना शरीर घर परिवार अज तो सब कुछ तुहानू सौंप दिता। गुरु पातशाह जी कहंदे तुहाडे कोल बचिया की है? कहंदे जी एक मन बच गया। सतगुरां ने भी मंग लिया। गुरु नानक पातशाह कहते कुछ होर सोचो। मन ने संकल्प किया। गुरु साहब कहते ते साडा है, तुसी संकल्प करने वाले कौन? थोड़ी देर बाद फिर मन विच निश्चा होया भी गुरु नानक पातशाह नूं असीं हुण की दे सकदे हां। महाराज कहते निश्चा करने वाली बुद्ध भी ते सानूं भेटा करती, हुण की सोच रहे हो? महाराज कहते कुछ होर रह गया होवे जां कुछ सोचना होवे दसना होवे वो भी पुछ लो। फिर हिरदे विच एक ख्याल आया भी सब कुछ ते सतगुरां नूं सौंप दिता सी ते कोले रखिया ही कुछ नहीं। महाराज कहते चित्त च चितारो ना, चित्त भी ते साडा है, इहदे ते तुहाडा कोई हक नहीं। ना मन उत्ते हक है, ना बुद्धि उत्ते हक है फैसला करे, ना चेते करन दा हक है कुछ, क्योंकि मन बुद्ध अते चित्त तिन्ने ते गुरु दियां हो गईयां चीज़ां। इन्हां प्रकरणां नूं आप जी ने बड़े विस्तार सहित सरवण कीता है। आओ कुछ समा मन चित बिरतियां नूं एकाग्र चित बनाइए। प्रेम दी पाओ सांझ, बख्शो आसीस, गज वज के आखो जी सतनाम श्री वाहिगुरू साहिब जी। सतनाम श्री वाहिगुरू साहिब जी। हुन गुर खाहे जो चितवन धारी, यही धर्म है चित मयारी। धन धन साहिब श्री गुरु नानक देव जी महाराज मणिपुर के इलाके दे विच अपने प्यारे सिखां नूं उपदेश बख्शिश करदे ने निरंकार दा। जदों मन विच चितवनी होई, मन वह चित को चितवनी उदम करो उठ गीत। ये मन का पाठ है चित अते बुद्ध, जिन्हों आपां चंतुष्टा अंतःकरण कह दिंदे। इकल्ला मन किसी काम का नहीं, अंतःकरण इकट्ठा हो गया तो बहुत कुछ कर दिंदा है। गुरु साहब कहते तुहाडे कोल की हक है
ਤੁਸੀਂ ਆਪਣੇ ਚਿੱਤ ਦੇ ਵਿੱਚ ਕੁਝ ਚਿਤਾਰੋ, ਕੁਝ ਸੋਚੋ, ਕਿਉਂਕਿ ਚਿੱਤ ਗੁਰੂ ਦਾ ਹੋ ਗਿਆ। ਗੁਰੂ ਦੀ ਆਗਿਆ ਤੋਂ ਬਿਨਾਂ ਕੁਝ ਸੋਚ ਨਹੀਂ ਸਕਦਾ, ਵਿਚਾਰ ਨਹੀਂ ਸਕਦਾ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਉਹਨਾਂ ਮਾਫੀ ਮੰਗੀ। ਮਰਦ ਕਹਿੰਦੇ ਇਹ ਧਰਮ ਹੈ। ਧਰਮ ਕਿਹਨੂੰ ਕਹਿੰਦੇ ਆ? ਕਿ ਕੱਪੜਿਆਂ ਦਾ ਲਿਬਾਸ ਪਾ ਲੈਣਾ ਧਰਮ ਹੈ? ਜਾਂ ਧਰਮ ਦੀਆਂ ਗੱਲਾਂ ਸਾਡੇ ਵਾਂਗੂ ਸੁਣਾ ਦੇਣੀਆਂ ਇਹ ਧਰਮ ਹੈ? ਨਹੀਂ। ਜੀਵਨ ਦੀ ਕਮਾਈ ਨੂੰ ਧਰਮ ਕਹਿੰਦੇ ਆ, ਦਿਖਾਵੇ ਨੂੰ ਧਰਮ ਨਹੀਂ ਕਹਿੰਦੇ। ਇਸੇ ਕਰਕੇ ਬਾਣੀ ਨੇ ਕਿਹਾ ਸੰਤ ਕਾ ਮਾਰਗ, ਮਾਰਗ ਮਤਲਬ ਰਸਤਾ, ਧਰਮ ਕੀ ਪੌੜੀ, ਕੋਵਡ ਭਾਗੀ ਪੌੜੀ। ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਧਰਮ ਦੀ ਪੌੜੀ। ਉਹੀ ਇਸ ਪੌੜੀ ਤੇ ਚੜ ਸਕਦਾ ਜੋ ਇਸ ਮਾਰਗ ਤੇ ਚੱਲੇ। ਗੁਰੂ ਸਾਹਿਬ ਆਖਦੇ ਆ ਕੁਝ ਹੋਰ ਸੋਚ ਲਓ, ਮਨ ਵਿੱਚ ਕੋਈ ਫੁਰਨਾ ਨਾ ਰਹਿ ਗਿਆ ਹੋਵੇ ਹਿਰਦੇ ਵਿੱਚ। ਕਈ ਵਾਰ ਆਪਾਂ ਕਨਫਿਊਜ਼ ਹੋ ਜਾਂਦੇ ਆ ਵੀ ਮਨ ਹੋਰ ਆ ਤੇ ਹਿਰਦਾ ਹੋਰ ਹੈ। ਬਿਲਕੁਲ ਅਲੱਗ ਚੀਜ਼ਾਂ। ਮਨ ਤੇ ਇੱਕ ਪਾਰਟੀਕਲ ਹੈ ਜੋ ਸੰਕਲਪ ਕਰਦਾ ਹੈ। ਮਨ, ਚਿੱਤ, ਬੁੱਧੀ ਅਤੇ ਹੰਕਾਰ, ਚਾਰ ਚੀਜ਼ਾਂ ਨੂੰ ਮਿਲਾ ਕੇ ਕਿਹਾ ਜਾਂਦਾ ਹਿਰਦਾ। ਬਾਣੀ ਕਹਿੰਦੀ ਹੈ ਨਾ ਹਿਰਦੇ ਹੀ ਲਿਖ ਲਿਓ। ਹੁਣ ਹਿਰਦੇ 'ਚ ਲਿਖਣਾ ਬੜਾ ਔਖਾ ਹੈ, ਚੇਤੇ 'ਚ ਵੀ ਰੱਖਣਾ ਪੈਣਾ। ਬੁੱਧ ਦਾ ਫੈਸਲਾ ਵੀ ਗੁਰੂ ਵਾਲਾ ਹੋਏਗਾ, ਮਨ ਦਾ ਸੰਕਲਪ ਵੀ ਸਤਿਗੁਰ ਵਾਲਾ ਹੋਣਾ ਹੈ। ਹੰਕਾਰ ਵੀ ਇਹ ਆਖੇਗਾ ਵੀ ਇਹ ਸਭ ਕੁਝ ਪਰਮਾਤਮਾ ਦਾ, ਮੇਰਾ ਹੈ ਕੁਛ ਨਹੀਂ। ਇਹਨੂੰ ਕਹਿੰਦੇ ਹਿਰਦਾ। ਹਿਰਦੇ 'ਚ ਹੀ ਸਿੱਖ ਦੇ ਰੱਬ ਵਸਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੋਈ ਨਿਸ਼ਚਾ ਹੋਵੇ, ਸ਼ੰਕਾ ਹੋਵੇ, ਫੁਰਨਾ ਹੋਵੇ, ਭਰਮ ਹੋਵੇ, ਸਾਡੇ ਤਾਂ ਹੀ ਕਰ ਸਕਦੇ ਹੋ। ਸੋਪੀ ਹਮਕੋ ਤੁਮਨੇ ਦੀਨੋ, ਕਿਉਂ ਅਬਿਉਰ ਮੈਂ ਚਿਤ ਨ ਕੀਨੋ। ਹੁਣ ਚੁੱਪ ਬੈਠੇ ਆ, ਸੋਚਣਾ ਵੀ ਛੱਡ ਰਹੇ ਆ, ਕਿਉਂਕਿ ਇਹ ਅਵਸਥਾ ਹੈ। ਉਹ ਭਗਤੀ ਕਾਹਦੀ ਹੈ ਜਿਹਦੇ 'ਚ ਸੋਚਣ ਲਈਆਂ ਰਹਿਣ। ਬੈਠੇ ਤੇ ਸਿਮਰਨ ਕਰਨਾ, ਸੋਚਾਂ ਦੁਨਿਆਵੀ ਚੱਲੀ ਜਾਂਦੀਆਂ। ਆਹ ਨਹੀਂ ਹੋਇਆ, ਆਹ ਹੋ ਗਿਆ, ਭਗਤੀ ਹੋ ਜੂਗੀ? ਸੋਚਾਂ ਸੋਚਣ ਵਾਲਾ ਬੰਦਾ ਤੇ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੁੰਦਾ ਏ। ਜਿਹਦੇ ਅੰਦਰ ਸੋਚਾਂ ਦੀ ਚਿਤਵਨੀ ਹਰ ਵੇਲੇ ਚੱਲਦੀ ਹੈ। ਚੰਗਾ ਸੋਚਣਾ, ਮਾੜਾ ਸੋਚਣਾ, ਸੋਚਣਾ ਹੀ ਨਹੀਂ ਚਾਹੀਦਾ। ਅਸੀਂ ਕਹਿੰਦੇ ਅਸੀਂ ਨੈਗੇਟਿਵ ਥਾਟ ਦੀ ਰੱਖਣੇ, ਚੰਗਾ ਸੋਚੋ, ਬੀ ਪੋਜ਼ਿਟਿਵ। ਕਿਉਂ ਸੋਚੋ ਬਈ ਚੰਗਾ? ਜੇ ਸੋਚਣਾ ਬੁਰਾ ਨਹੀਂ ਤੇ ਸੋਚੋ ਚੰਗਾ ਵੀ ਨਾ, ਬਸ ਬੇਪਰਵਾਹ ਰਹੋ। ਪਤਾ ਹੈ ਜੋ ਕਰਨਾ ਹੈ ਪਰਮਾਤਮਾ ਨੇ ਕਰਨਾ ਹੈ, ਕਿਉਂਕਿ ਸਾਡੀ ਚੰਗੀ ਸੋਚ ਪਿੱਛੇ ਵੀ ਅਸੀਂ ਕਿਸੇ ਦਾ ਬੁਰਾ ਕਰੀ ਜਾਂਦੇ ਵੀ ਮੈਨੂੰ ਤੇ ਆ ਚੰਗਾ ਲੱਗਦਾ ਹੈ, ਉਹਨੂੰ ਚੰਗਾ ਕਿਉਂ ਲੱਗਦਾ? ਇਹ ਤੇ ਸਾਡੀ ਪੋਜ਼ਿਟਿਵ ਥਾਟ ਆ ਨਾ ਵੀ ਆਹ ਚੀਜ਼ ਚੰਗੀ ਹੈ ਪਰ ਇਹ ਮੇਰੀ ਹੋਣੀ ਚਾਹੀਦੀ ਹੈ। ਉਹ ਨਹੀਂ ਕਿਸੇ ਨੂੰ, ਭਾਵੇਂ ਉਹ ਫੁੱਲ ਹੋਵੇ, ਪਦਾਰਥ ਹੋਵੇ। ਰੱਬ ਦੇ ਪਿਆਰੇ ਸੋਚਣਾ ਛੱਡ ਦਿੰਦੇ ਆ। ਉਹਨਾਂ ਦੀਆਂ ਸੋਚਾਂ ਦੇ ਵਿੱਚ ਕੇਵਲ ਇੱਕ ਨਿਰੰਕਾਰ ਹੁੰਦਾ ਹੈ, ਖਿਆਲਾਂ ਵਿੱਚ। ਗੁਰੂ ਬਾਬਾ ਜੀ ਕਹਿੰਦੇ ਇਹਨਾਂ ਚੀਜ਼ਾਂ ਤੇ ਤੁਹਾਡਾ ਕੋਈ ਅਧਿਕਾਰ ਨਹੀਂ। ਤੁਸੀਂ ਮਨ ਕਰਕੇ ਸੰਕਲਪ ਨਹੀਂ ਕਰ ਸਕਦੇ, ਬੁੱਧ ਕਰਕੇ ਤੁਸੀਂ ਫੈਸਲਾ ਨਹੀਂ ਕਰ ਸਕਦੇ। ਫੈਸਲਾ ਮਤਲਬ ਵੀ ਮਰਦ ਮੈਂ ਤੇ ਚੱਲਿਆ, ਮੈਨੂੰ ਭੁੱਖ ਲੱਗੀ, ਮੈਨੂੰ ਪਿਆਸ ਲੱਗੀ, ਇਹ ਕਿਉਂ? ਇਹ ਤੇ ਗੁਰੂ ਦਾ ਹੋ ਗਿਆ। ਇਹ ਤੇ ਵਸਤੂਆਂ ਗੁਰੂ ਨੇ ਆਪਣੀਆਂ ਬਣਾ ਲਈਆਂ ਨੇ। ਹੋਰ ਵਿਚਾਰ ਤੇ ਹੂੰ ਮੈਂ ਦੋ, ਮਨ ਬੁੱਧ ਚਿੱਤ ਅਰਪੇ ਹਮ ਸੋ। ਦੋਨੋਂ ਜਣੇ ਭਾਈ ਅੰਦਰ ਸੈਨ ਤੇ ਝੰਡਾ ਜੀ ਬੈਠੇ ਸੋਚਦੇ ਆ, ਕਹਿੰਦੇ ਹੁਣ ਦਈਏ ਗੁਰੂ ਨੂੰ ਕੀ? ਮਨ ਵੀ ਸਤਿਗੁਰ ਨੂੰ ਦੇਤਾ, ਤਨ ਵੀ ਗੁਰੂ ਨੂੰ ਦੇਤਾ, ਅਸੀਂ ਆਪਣਾ ਚਿੱਤ ਵੀ ਸਤਿਗੁਰਾਂ ਨੂੰ ਭੇਟਾ ਕਰਤਾ। ਰਹੀ ਸਾਡੀ ਬੁੱਧ ਅਕਲ, ਉਹ ਵੀ ਗੁਰੂ ਨੂੰ ਦੇਤੀ। ਹੁਣ ਤਾਂ ਸਾਡੇ ਕੋਲ ਹੈ ਕੁਛ ਨਹੀਂ, ਪਰ ਅਜੇ ਵੀ ਕੁਝ ਸੀ। ਜੋ ਇਹ ਕਹਿੰਦਾ ਵੀ ਸਾਡੇ ਕੋਲ ਕੁਛ ਨਹੀਂ ਬਚਿਆ, ਕਿ ਬੋਲਦਾ ਅੱਜ ਪਿੱਛੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਨਬਦ ਫੜ ਲਈ। ਮਨ ਵਿੱਚ ਇਹ ਸੋਚਦੇ ਆ, ਹਿਰਦੇ 'ਚ ਖਿਆਲ ਕਰਦੇ ਨੇ ਵੀ ਦੇਣ ਲਈ ਸਾਡੇ ਕੋਲ ਕੁਝ ਬਚਿਆ ਨਹੀਂ। ਭਨਤ ਗੁਰੂ ਹੂੰ ਮੈਂ ਤੁਮ ਕੀਨੀ, ਸੋ ਤੋ ਹਮਕੋ ਪੂਰਬ ਦੀਨੀ। ਸਤਿਗੁਰ ਕਹਿੰਦੇ ਭਾਈ ਤੁਸੀਂ ਮਨ ਵਿੱਚ ਹਉਮੈ ਕਰੀ ਫਿਰਦੇ ਹੋ। ਇੱਕ ਸੂਖਸ਼ਮ ਹਉਮੈ ਆ ਵੀ ਮਨ ਵੀ ਗੁਰੂ ਨੂੰ ਦੇਤਾ, ਤਨ ਵੀ ਸਤਿਗੁਰ ਨੂੰ ਦੇਤਾ, ਧਨ ਵੀ ਦੇਤਾ। ਬੇਸ਼ੱਕ ਉਹਨਾਂ ਜਤਾਇਆ ਨਹੀਂ, ਬੋਲਿਆ ਨਹੀਂ, ਹੰਕਾਰ ਨਹੀਂ ਕੀਤਾ। ਮਰਦ ਕਹਿੰਦੇ ਹਉਮੈ ਤੇ ਸਾਨੂੰ ਭੇਟਾ ਕਰਤੀ। ਕਿਹੜੇ ਪੱਧਰ ਤੇ ਤੁਸੀਂ ਇਹ ਦਾਵਾ ਕਰ ਰਹੇ ਹੋ?
ਵੀ ਅਸੀਂ ਇਹ ਤਿੰਨੇ ਚੀਜ਼ਾਂ ਗੁਰੂ ਨੂੰ ਦੇ ਦਿੱਤੀਆਂ। ਚੌਥੀ ਚੀਜ਼ ਵੀ ਤੇ ਗੁਰੂ ਦੀ ਹੈ, ਜਿਹਨੂੰ ਕਹਿੰਦੇ ਅਹੰਕਾਰ। ਸਾਡੀ ਜਿਹੜੀ ਹਉਮੈ ਆ ਨਾ, ਜਿੱਦਣੇ ਸਾਡੀ ਬਣ ਗਈ ਇਹ ਘਾਤਕ ਹੈ। ਜਿੱਦਣੇ ਹਉਮੈ ਗੁਰੂ ਨਾਲ ਜੁੜ ਗਈ ਵੀ ਫਿਰ ਮਾਣ ਕਰੂ ਮੇਰਾ ਸਤਿਗੁਰ ਵੱਡਾ, ਮੇਰਾ ਸਾਹਿਬ ਵੱਡਾ, ਮੇਰਾ ਸੱਜਣ ਵੱਡਾ। ਉਹ ਤੋਂ ਵੱਧ ਸੋਹਣਾ, ਉਹ ਤੋਂ ਵੱਧ ਪਿਆਰਾ, ਉਹ ਤੋਂ ਚੰਗਾ ਕੋਈ ਹੋ ਹੀ ਨਹੀਂ ਸਕਦਾ। ਜਿੱਦਣ ਹਉਮੈ ਸਾਡੀ ਆ ਉਦਣ ਸੱਜਣ ਪਰਮਾਤਮਾ ਚ ਔਗਣ ਦਿਸਣਗੇ। ਜਿੱਦਣ ਹਉਮੈ ਗੁਰੂ ਨੂੰ ਵੇਚ ਦਿੱਤੀ ਨਾ, ਉਹ ਉਦਣ ਉਸ ਪਰਮਾਤਮਾ ਦੇ ਗੁਣ ਹੀ ਗੁਣ ਨਜ਼ਰ ਆਉਣਗੇ। ਔਗਣ ਦਿਸਦਾ ਹੀ ਕਿਸੇ ਦਾ ਵੀ ਨਹੀਂ ਦਿਸਦਾ। ਮਰਦ ਕਹਿੰਦੇ ਆ ਤੁਹਾਡੇ ਕੋਲ ਹੱਕ ਨਹੀਂ ਹੈ, ਤੁਸੀਂ ਆਪਣੀ ਹਉਮੈ ਚਾਰ ਚੀਜ਼ਾਂ ਨਾਲ ਵੇਚ ਚੁੱਕੇ ਹੋ ਗੁਰੂ ਨੂੰ। ਆਪਾ ਵੇਚਣਾ, ਜਦੋਂ ਤੱਕ ਆਪਾ ਨਹੀਂ ਵੇਚਦੇ ਉਦੋਂ ਤੱਕ ਗੱਲ ਨਹੀਂ ਬਣਦੀ। ਹੁਣ ਆਹ ਚੀਜ਼ਾਂ ਸੁਣ ਕੇ ਇਹ ਲੱਗਦਾ ਹੈ ਵੀ ਅਸੀਂ ਤੇ ਸਿੱਖੀ ਦੇ ਨੇੜੇ ਤੇੜੇ ਵੀ, ਸਾਡੀਆਂ ਤੇ ਚੀਜ਼ਾਂ ਪਿੱਛੇ ਵੀ ਹੰਕਾਰ ਖੜਿਆ ਹੁੰਦਾ ਹੈ। ਮੇਰਾ ਕੜਾ, ਮੇਰਾ ਕੰਘਾ, ਮੇਰੀ ਕਿਰਪਾਨ ਮਹਿੰਗੀ। ਮੈਂ ਤੇ ਕੜਾ ਇੰਨੀ ਵਾਰ ਮੰਨਦਿਆ, ਮੈਂ ਕਹਿੰਦਾ ਸਾਡੇ ਅੰਦਰ ਤੇ ਕਕਾਰਾਂ ਨਾਲ ਵੀ ਹੰਕਾਰ ਫਿਰਦਾ ਹੈ। ਮੈਂ ਤੇ ਜੀ ਹਫ਼ਤੇ 'ਚ 2 ਵਾਰ ਕੇਸੀ ਇਸ਼ਨਾਨ ਕਰ ਲੈਣਾ, ਮੈਂ ਤੇ 5 ਵਾਰ ਕਰਦਾ। ਮੈਂ ਸਵੇਰੇ ਉੱਠ ਕੇ ਗੁਰੂ ਘਰ ਜਾਣਾ ਜੀ, ਮੈਂ ਫੇਰ ਚਾਹ ਪੀਣਾ। ਸਾਡੇ ਲਈ ਤੇ ਧਰਮ ਵੀ ਇੱਕ ਸਿਰਦਰਦੀ ਬਣ ਗਿਆ। ਸਤਿਨਾਮ ਬਣਿਆ ਕਿਉਂ? ਹਉਮੈ ਮੇਰੀ ਹੈ, ਮੇਰਾ ਮੇਰਾ। ਮਰਦ ਕਹਿੰਦੇ ਮਨ ਵਿੱਚ ਹੈ ਸਤਿਗੁਰ ਦੇ ਅਰਦਾਸ। ਸਿੱਖੀ ਦੀ ਆਰੰਭਤਾ ਤੇ ਉਦੋਂ ਹੋਊਗੀ ਜਿੱਦਣ ਮਨ ਵੇਚ ਦੇਏਗਾ, ਚਤੁਸਤਾ ਅੰਤःਕਰਨ ਵੇਚ ਦੇਏਗਾ। ਗੁਰੂ ਬਾਬਾ ਜੀ ਕਹਿੰਦੇ ਤੁਹਾਡੇ ਕੋਲ ਹੱਕ ਕੀ ਹੈ? ਤੁਸੀਂ ਕੌਣ ਹੁੰਨੇ ਹੋ ਸੋਚਣ ਵਾਲੇ ਵੀ ਮਨ ਤਨ ਧਨ ਅਸੀਂ ਗੁਰੂ ਨੂੰ ਸੌਂਪਿਆ ਏ। ਅੰਤ ਹੈ ਕਰਨ ਸਰੂਪ ਸੁਚਾਰੋ, ਸੋ ਦੇ ਡਾਰੇ ਹਿਰਦੈ ਵਿਸਾਰੋ। ਗੁਰੂ ਬਾਬਾ ਜੀ ਕਹਿੰਦੇ ਦਿੱਤੀਆਂ ਹੋਈਆਂ ਚੀਜ਼ਾਂ ਤੇ ਮਾਣ ਨਹੀਂ ਹੁੰਦਾ। ਭੇਟਾ ਕੀਤੀਆਂ ਚੀਜ਼ਾਂ ਕਦੇ ਆਪਣੀਆਂ ਨਹੀਂ ਹੁੰਦੀਆਂ। ਝੰਡਿਆ ਮਨ ਤਨ ਧਨ, ਆਪਣਾ ਚਿੱਤ, ਆਪਣਾ ਹੰਕਾਰ, ਆਪਣੀ ਬੁੱਧ, ਸਭ ਕੁਝ ਤੇ ਸਾਨੂੰ ਭੇਟਾ ਕਰਤੀ। ਤੇ ਤੂੰ ਖਿਆਲ ਕਾਹਦੇ ਕਰਦਾ? ਤੇਰੇ ਕੋਲ ਬਚਿਆ ਕੀ ਹੈ? ਜੋ ਤੂੰ ਸੋਚ। ਸੱਚੀ ਪਿੱਛੇ ਬਚਿਆ ਹੀ ਕੁਛ ਨਹੀਂ, ਨਤੀਜਾ ਜ਼ੀਰੋ ਹੋ ਗਿਆ। ਆਪਣਾ ਹੀ ਨਹੀਂ ਹੈ ਕੁਛ। ਤਨ ਗੁਰੂ ਦਾ, ਮਨ ਗੁਰੂ ਦਾ, ਧਨ ਪਰਿਵਾਰ ਦੌਲਤ ਗੁਰੂ ਦੀ। ਫਿਰ ਪਿੱਛੇ ਇਹ ਸੋਚਣ ਦਾ ਵੀ ਅਧਿਕਾਰ ਨਹੀਂ ਹੈ ਵੀ ਇਹ ਮੈਂ ਦਿੱਤਾ ਏ, ਉਹਨੇ ਲੈ ਲਿਆ, ਉਹਦਾ ਹੀ ਸੀ ਇਹ। ਇਹਨੂੰ ਕਹਿੰਦੇ ਭਾਣਾ। ਆਪਣੀ ਹਉਮੈ ਨੂੰ ਗਵਾ ਲੈਣਾ ਹੀ ਰੱਬ ਦਾ ਭਾਣਾ ਹੁੰਦਾ ਏ। ਇਨ ਤੇ ਪਰੇ ਜੋ ਹੈ ਸੰਦੇਹੋ, ਕੋ ਹਮ ਸੋ ਉਤਰਿਆ ਬੱਲੇ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਨੂੰ ਮਜਬੂਰ ਕਰਤਾ ਬਚਨਾਂ ਵਿੱਚ। ਸਾਹਿਬ ਕਹਿੰਦੇ ਆ 4 ਚੀਜ਼ਾਂ ਛੱਡ ਕੇ ਕੁਝ ਹੋਰ ਆ ਤੇ ਉਹ ਦੱਸੋ। ਪਿੱਛੇ ਰਹਿ ਕੀ ਗਿਆ? ਸਰੀਰ ਹੀ ਹੁੰਦਾ ਬੰਦੇ, ਮਨ ਹੋ, ਚਿੱਤ ਚੇਤੇ ਕਰਨ ਵਾਲਾ, ਬੁੱਧ ਅਕਲ ਦੇ ਫੈਸਲੇ ਲੈਣ ਵਾਲੀ, ਹੰਕਾਰ ਜਿਹਦੇ ਕਰਕੇ ਤੁਰਿਆ ਫਿਰਦਾ। ਸਾਰਾ ਕੁਝ ਤੇ ਸਤਿਗੁਰੂ ਨੂੰ ਸੌਂਪਤਾ, ਸਭ ਕੁਝ ਤੇ ਮਹਾਰਾਜ ਨੂੰ ਦੇਤਾ। ਗੁਰੂ ਸਾਹਿਬ ਕਹਿੰਦੇ ਕੋਈ ਹੋਰ ਉਤਰ ਦਿਓ ਇਹਨਾਂ ਚੀਜ਼ਾਂ ਨੂੰ ਛੱਡ ਕੇ। ਇਸ ਪ੍ਰਕਾਰ ਕੇ ਸੁਣ ਕਰ ਬੈਨਾ, ਕਰੇ ਵਿਚਾਰ ਜੋ ਇੰਦਰ ਸੈਨਾ। ਭਾਈ ਇੰਦਰ ਸੈਨ ਮਨ 'ਚ ਵਿਚਾਰਾਂ ਕਰਦਾ ਹੈ, ਕਿਉਂਕਿ ਹੈ ਤੇ ਗੁਰੂ ਦਾ। ਹੁਣ ਕੀ ਵਿਚਾਰ ਨਾ ਕਰੇ? ਵਿਚਾਰ ਕਰ ਸਕਦਾ ਹੈ ਪਰ ਆਪਣੀ ਹਉਮੈ ਵਾਲੀ ਨਹੀਂ। ਆਪਣੇ ਬਾਰੇ ਸੋਚ ਨਹੀਂ ਸਕਦਾ ਵੀ ਮੇਰਾ ਫਾਇਦਾ ਕਿੱਥੇ ਹੋਣਾ ਤੇ ਮੈਂ ਕੀ ਇਕੱਠਾ ਕਰਾਂ। ਭਾਈ ਇੰਦਰ ਸੈਨ ਸੋਚਦਾ ਹੈ ਕਿ ਇਹਦੇ ਤੇ ਕਸਵੱਟੀ ਬਹੁਤ ਵੱਡੀ ਹੈ। ਸਿਮਰਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਉਣ ਤੋਂ ਪਹਿਲਾਂ ਵੀ ਕਰਦੇ ਸੀ, ਪਰ ਸਿਮਰਨ ਨੂੰ ਸਿਮਰਨਾ ਕਿਵੇਂ ਆ? ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ। ਜੇ ਸਿਮਰਨ ਦਾ ਜੇਕਰ ਹੁੰਦਾ ਫਿਰ ਤੇ ਇੱਕ ਵਾਰ ਕਹਿ ਸਕਦੇ ਸੀ ਵੀ ਸਿਮਰਨ ਕਰੋ ਤੇ ਸੁਖ ਪਾਓ, ਪਰ 2 ਵਾਰ ਕਿਹਾ ਸਿਮਰੋ ਸਿਮਰ, ਤੀਜੀ ਵਾਰ ਫੇਰ ਕਹਿਤਾ ਸਿਮਰ ਸੁਖ ਪਾਓ। ਸਿਮਰਨਾ ਆਹੀ ਤੇ ਢੂੰਢੀ ਹੈ। ਮੇਰੇ ਵਰਗਾ 10 ਮਿੰਟ ਬਹਿ ਕੇ ਸਿਮਰਨ ਵਿੱਚ ਕਰਕੇ ਅੱਧਾ ਘੰਟਾ ਪਾਠ, ਕਹਿੰਦਾ ਲੈ ਸਾਰਾ ਦਿਨ ਮੌਜ ਹੈ, ਬਾਬਾ ਆਪਣਾ ਹੀ ਹੈ। ਹੁਣ ਸਾਨੂੰ ਕੀ, ਅਸੀਂ ਝੂਠ ਬੋਲੀਏ, ਜੋ ਮਰਜ਼ੀ ਕਰੀਏ, ਇਸ ਤੇ ਰੱਬ ਦੇ ਹੋ ਗਏ? ਨਹੀਂ, ਮਰਦ ਕਹਿੰਦੇ ਸਿਮਰਨ ਦੇ ਤਰੀਕੇ ਨੇ। ਉਹਨੂੰ ਸਿਮਰਨਾ ਮਨ ਕਰਕੇ, ਚਿੱਤ ਕਰਕੇ, ਬੁੱਧ ਕਰਕੇ। ਤਾਂ ਲਿਖਿਆ ਹੋਇਆ ਵੀ ਸਿਮਰਨ ਕਰ। ਮਨ ਤੇ ਸਾਡਾ ਸਿਮਰਨ ਤੋਂ ਬਾਹਰ ਹੁੰਦਾ, ਮਨ ਸਾਡਾ ਬੰਦਗੀ ਤੋਂ ਬਾਹਰ ਹੁੰਦਾ ਹੈ। ਗੁਰੂ ਬਾਬਾ ਜੀ ਕਹਿੰਦੇ ਉੱਤਰ ਦਿਓ ਇੰਦਰ ਸੈਨ ਨੂੰ ਕੁਝ ਸੁਝਦਾ ਨਹੀਂ। ਬੈਠੀ ਤਬ ਹੀ ਲਗੀ ਸਮਾਧਾ,
ਵਿਖਿਓ ਆਤਮਾ ਰੂਪ ਬਾਤ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਖਿੱਚ ਲਿਆ ਨਾ ਅੰਦਰੋਂ, ਹਉਮੈ ਖੋਹ ਲਈ, ਚਿੱਤ ਖੋਲਿਆ, ਬੁੱਧ ਖੋਲੀ, ਹੰਕਾਰ ਖੋਲਿਆ, ਮਨ ਖੋਲਿਆ ਜੀ, ਤੇ ਤਨ ਦਾ ਮਾਣ ਗਿਆ। ਕਹਿੰਦੇ ਇੱਕਦਮ ਭਾਈ ਝੰਡੇ ਤੇ ਅੰਦਰ ਸੈਨ ਦੀ ਬੈਠਿਆਂ ਬੈਠਿਆਂ ਸਮਾਧੀ ਲੱਗ ਗਈ। ਆਖੋ ਸਤਿਨਾਮ। ਆਹੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਟਿਕਣ ਨਹੀਂ ਦਿੰਦੀਆਂ। ਮਨ ਸੰਕਲਪ ਕਰੀ ਜਾਂਦਾ ਹੈ, ਵਿਕਲਪ ਪੈਦਾ ਕਰਦਾ ਹੈ, ਆਪਸ਼ਨ ਦੇਈ ਜਾ ਰਿਹਾ ਹੈ। ਗੁਰੂ ਘਰ ਬੈਠੇ ਟਾਈਮ ਵੇਖੀ ਜਾਂਦੇ, ਇੰਨੇ ਵਜੇ ਉੱਥੇ ਪਹੁੰਚ ਜਾਵਾਂਗੇ, ਇੰਨੇ ਵਜੇ ਆ ਜਾਵਾਂਗੇ, ਇੰਨੇ ਵਜੇ ਸਬਜ਼ੀ ਬਣਾ ਲਾਂਗੇ, ਇੰਨੇ ਵਜੇ ਬਾਜ਼ਾਰ ਜਾ ਆਵਾਂਗੇ, ਆਪਸ਼ਨ ਦਿੰਦਾ। ਤੇ ਚਿੱਤ ਪਿੱਛੇ ਬੈਠਾ ਖਿਆਲ ਕਰੀ ਜਾਂਦਾ ਹੈ, ਵਿਚਾਰ ਕਰਦਾ ਹੈ ਵੀ ਇਹ ਗੱਲ ਫੇਰ ਕਰ ਲਾਂਗੇ, ਬਾਹਰ ਨਿਕਲ ਕੇ ਸੋਚ ਲਾਂਗੇ। ਬੁੱਧ ਕਹਿੰਦੀ ਨਹੀਂ, ਜੇ ਬਾਹਰ ਜਾਏਗਾ ਉਦੋਂ ਤੱਕ ਸਮਾਂ ਲੰਘ ਜਾਣਾ ਹੈ, ਤੂੰ ਲੇਟ ਹੋ ਜਾਏਗਾ। ਹੰਕਾਰ ਕਹਿੰਦਾ ਤੇਰਾ ਕੰਮ ਖਰਾਬ ਹੋ ਜੂ, ਲੋਕ ਕਹਿਣਗੇ ਬੰਦਾ ਟਾਈਮ ਦਾ ਪਤਾ ਨਹੀਂ, ਕਿੱਥੇ ਸੀ ਤੂੰ ਸਵੇਰ ਦਾ। ਚਾਰ ਚੀਜ਼ਾਂ ਇਕੱਠੀਆਂ ਹੋ ਗਈਆਂ, ਭਗਤੀ ਕਰਨ ਦੇਣ। ਜਦੋਂ ਗੁਰੂ ਸਾਹਿਬ ਨੇ ਚਾਰੋਂ ਹੀ ਖਿੱਚ ਲਈਆਂ, ਸੁਰਤ ਇਕਾਗਰ ਹੋ ਗਈ। ਇਸ ਬਿਦ ਦੇ ਤਨ ਕੋ ਉਪਦੇਸ਼, ਬੋਲੇ ਬੋਰ ਬਚਨ ਜਗਤੀਸਾ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਸੀ ਉਪਦੇਸ਼ ਤੁਹਾਡਾ, ਜੋ ਤੁਸੀਂ ਕਮਾਉਣਾ ਸੀ ਉਹ ਕਮਾ ਲਿਆ। ਗੁਰੂ ਦਾ ਬਚਨ ਕਮਾਉਣ ਵਿੱਚ ਸਮਾਂ ਨਹੀਂ ਲੱਗਦਾ, ਪਰ ਕਮਾਉਣ ਦਾ ਚਿਹਰਾ ਹੋਵੇ। ਸਿੱਖੀ ਕਮਾਉਣ ਵਿੱਚ ਕੋਈ ਸਮਾਂ ਥੋੜੀ ਹੈ। ਰੱਬ ਨੂੰ ਮਿਲਣ ਵਾਸਤੇ ਕੋਈ ਬਹੁਤੀ ਲੰਬੀ ਚੌੜੀ ਪਰਿਭਾਸ਼ਾ ਥੋੜੀ ਹੈ। ਇੰਨਾ ਕੀ ਕੰਮ ਹੈ, ਆਹੀ ਨਹੀਂ ਕਰ ਹੁੰਦਾ ਸਾਰੀ। ਸਤਿਗੁਰ ਕਹਿੰਦੇ ਭਾਈ ਪੂਰੇ ਹੋ ਗਏ ਹੋ, ਹੁਣ ਕੀ ਦਿਸਦਾ ਏ ਉਹਨਾਂ ਨੂੰ? ਮਨ ਦਾ ਪਰਦਾ ਇੱਕ ਪਾਸੇ, ਬੁੱਧ ਦਾ ਪਰਦਾ ਇੱਕ ਪਾਸੇ, ਚਿੱਤ ਹੰਕਾਰ ਦਾ ਇੱਕ ਪਾਸੇ, ਸਾਹਮਣੇ ਦਿਸਦੀ ਆਤਮਾ ਤੇ ਇੱਕ ਪਰਮਾਤਮਾ ਜੋ ਆਤਮਾ ਅੰਦਰ ਹੈ। ਉਹੀ ਸਤਿਗੁਰੂ ਬਾਹਰ ਨਜ਼ਰ ਆਉਂਦੇ ਨੇ। ਅਬੇ ਇਹ ਕੀਜੈ ਖਾਨ ਆਹਾਰਾ, ਮੈਂ ਆਇਸ ਕੋ ਪਾਇ ਵਰਤਾਰਾ। ਇਹ ਉਪਦੇਸ਼ ਦੇਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵਾਲਿਆ, ਭਾਈ ਤੈਨੂੰ ਵੀ ਭੁੱਖ ਲੱਗੀ ਹੋਣੀ, ਭੋਜਨ ਛੱਡ। ਭਾਈ ਮਰਦਾਨਾ ਜੀ ਤ੍ਰਿਪਤ ਹੋ ਕੇ ਬੈਠੇ, ਤਾਂ ਹੀ ਨਹੀਂ ਬੋਲੇ ਇੰਨਾ ਸਮਾਂ। ਮਰਦ ਨੇ ਪਹਿਲਾਂ ਭੋਜਨ ਕਿਉਂ ਛਕਾਇਆ? ਵੀ ਅਸੀਂ ਉਪਦੇਸ਼ ਦੇਣਾ, ਇਹਨੇ ਫਿਰ ਕਹਿ ਦਿਆ ਕਰਨਾ ਬਾਬਾ ਭੁੱਖ ਲੱਗੀ, ਜਾਇਆ ਰੋਟੀ ਖਾ ਲਓ। ਮਰਦ ਕਹਿੰਦੇ ਪਹਿਲਾਂ ਤੂੰ ਟਿਕ ਭਾਈ, ਛਕਾਤਾ ਉਹਨਾਂ ਨੂੰ। ਭਾਈ ਬਾਲਾ ਜੀ ਨੂੰ ਸਾਹਿਬਾਂ ਨੇ ਹੁਕਮ ਕੀਤਾ, ਪਿਆਰਿਆ ਭੋਜਨ ਛੱਡ। ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦਾ ਬਚਨ ਕਿੱਥੇ ਬੋਲ ਸਕਦਾ ਸੀ। ਮੈਂ ਕਿਹਾ ਪਾਤਸ਼ਾਹ ਪਹਿਲਾਂ ਆਪ ਛਕੋ, ਅਸੀਂ ਫੇਰ ਛਕਾਂਗੇ। ਸ੍ਰੀ ਗੁਰ ਤਬ ਨਿਜ ਕਰ ਮਹਿ ਲੀਨੋ, ਭਗਤ ਜਾਨ ਨਿਜ ਅਚਵਨ ਕੀਨੋ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੇਰਾ ਬਚਨ ਵੀ ਨਹੀਂ ਮੋੜਿਆ। ਉਸ ਵੇਲੇ ਭਾਈ ਝੰਡਾ ਜੀ, ਭਾਈ ਇੰਦਰ ਸੈਨ ਸੁਰਤ ਕਰਕੇ ਸਮਾਧੀ 'ਚ ਬੈਠੇ ਆ, ਸਰੀਰ ਕਰਕੇ ਨਹੀਂ। ਸਮਾਧੀ ਸਰੀਰ ਦਾ ਵਿਸ਼ਾ ਨਹੀਂ ਹੈ। ਸਾਨੂੰ ਅੱਜ ਤੱਕ ਸਭ ਨੇ ਇਹੀ ਉਲਝਾ ਕੇ ਰੱਖਿਆ ਵੀ ਅੱਖਾਂ ਬੰਦ ਕਰ ਬੈ ਸਮਾਧੀ ਲਾ। ਸਮਾਧੀ ਕਿਹਨੂੰ ਕਹਿੰਦੇ? ਪਹਿਲਾਂ ਤੇ ਸਮਾਧੀ ਲਾਉਣ ਵਾਲਿਆਂ ਨੂੰ ਉਹਦੇ ਅਰਥਾਂ ਦਾ ਹੀ ਨਹੀਂ ਪਤਾ ਵੀ ਸਮਾਧੀ ਕਿਹਨੂੰ ਆ। ਧੀ ਨਾਮ ਹੈ ਬੁੱਧ ਦਾ, ਧੀ ਨਾਮ ਹੈ ਅਕਲ ਦਾ। ਜਿੱਥੇ ਅਕਲ ਸਮਾਜੇ, ਬੁੱਧ ਸਮਾਜੇ, ਹਉਮੈ ਹੰਕਾਰ ਮੁੱਕ ਜੀ, ਉਹਨੂੰ ਸਮਾਧੀ ਕਹਿੰਦੇ ਆ। ਰੱਬ ਦੇ ਪਿਆਰਿਆਂ ਦੀ ਸਮਾਧੀ 8 ਪਹਿਰ ਦੀ ਹੁੰਦੀ ਹੈ। ਆਪਾਂ ਪੁਰਾਣੇ ਸਮੇਂ 'ਚ ਸੁਣਦੇ ਸੀ, ਜਦੋਂ ਕੋਈ ਵਕਤ ਸੀ ਸਾਧੂਆਂ ਦਾ ਇੱਥੇ ਜ਼ੋਰ ਸੀ, ਧਾਰਨਾਵਾਂ 'ਚ ਕੀਰਤਨ ਹੁੰਦਾ ਸੀ, ਕਹਿੰਦੇ 8 ਪਹਿਰ ਦੀ ਸਮਾਧੀ ਲੱਗੀ ਰਹਿੰਦੀ ਰੱਬ ਦੇ ਪਿਆਰਿਆਂ। ਸੁਣਦੇ ਹੁੰਦੇ ਸੀ ਆਮ ਲੋਕ ਪਿੰਡਾਂ 'ਚ। ਉਹ ਕਿਹੜੀ ਸੀ? ਲੋਕਾਂ ਨੇ ਵਿਖਾਵਾ ਹੋਰ ਕਰਦਾ, ਚੌਂਕੜਾ ਲਾ ਕੇ ਬਹਿ ਕੇ ਵੀ ਹੁਣ ਕੁੰਡੀ ਲਾ ਲਓ ਬਾਬਾ ਜੀ ਸੰਗਤ ਨਹੀਂ। ਉਹ ਸਮਾਧੀ ਉਹ ਸੀ, ਤੁਰਦੇ ਫਿਰਦੇ, ਉੱਠਦੇ ਬਹਿੰਦੇ, ਸੌਂਦੇ ਜਾਗਦੇ। ਅੰਦਰ ਜਿਹੜੀ ਸੁਰਤ ਸੀ ਰੱਬ 'ਚ ਸਮਾਈ ਹੋਈ ਸੀ। ਨਾ ਮਾਇਆ ਦਾ ਮੋਹ, ਨਾ ਪਦਾਰਥਾਂ ਦਾ ਮੋਹ, ਨਾ ਘਰ ਦਾ ਮੋਹ। ਹਰ ਵੇਲੇ ਪ੍ਰਮਾਤਮਾ ਗੁਰੂ ਨਾਨਕ ਨਜ਼ਰ ਆਉਂਦੇ ਨੇ, ਉਹਨੂੰ ਕਹਿੰਦੇ ਸਮਾਧੀ। ਗੁਰੂ ਬਾਬਾ ਜੀ ਨੇ ਭਾਈ ਬਾਲਾ ਜੀ ਦਾ ਬਚਨ ਨਾ ਮੋੜਿਆ, ਸਤਿਗੁਰਾਂ ਵੀ ਥਾਲ ਚੁੱਕਿਆ। ਜੋ ਭਾਈ ਝੰਡਾ ਜੀ ਘਰੋਂ ਭੋਜਨ ਬਣਾ ਕੇ ਲੈ ਕੇ ਆਏ ਸੀ, ਨਾਲ ਮਿੱਠੇ ਪਦਾਰਥ ਨੇ, ਕੁਝ ਫਲ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਛਕਣ ਲੱਗੇ। ਬੜੇ ਪਿਆਰ 'ਚ ਬਹਿ ਕੇ ਸਤਿਗੁਰੂ ਅੱਜ ਭੋਜਨ ਛਕਦੇ ਨੇ। ਏਕੋ ਸੰਤ ਹੋਏ ਜੇ ਥਾਈ, ਤੇ ਥਾਂ ਭੋਜਨ ਜੀ ਭੋਜਨ ਖਾਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਝੰਡਿਆ ਤੁਸੀਂ ਵੀ ਭੋਜਨ ਛਕ ਲਓ। ਅਸੀਂ ਛਕ ਰਹੇ ਹਾਂ ਤੇ ਤੁਹਾਨੂੰ ਵੀ ਤੇ ਛਕਣਾ ਪੈਣਾ, ਕਿਉਂਕਿ 5 ਹਿੱਸਿਆਂ 'ਚ ਗੁਰੂ ਸਾਹਿਬ ਜੀ ਨੇ ਇਹ ਭੋਜਨ ਵੰਡ ਦਿੱਤਾ ਸੀ। 5 ਹਿੱਸਿਆਂ 'ਚ। ਇੰਦਰ ਸੈਨ ਜੀ ਦੇ ਆਉਣ ਤੋਂ ਪਹਿਲਾਂ ਹੀ 5 ਹਿੱਸੇ ਹੋ ਗਏ। ਭਾਈ ਮਰਦਾਨਾ ਜੀ ਨੇ ਛਕ ਲਿਆ, ਪਿੱਛੇ ਰਹਿ ਗਏ ਸੀ 4, ਜਿਨ੍ਹਾਂ 'ਚੋਂ ਭਾਈ ਬਾਲਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਭੋਜਨ ਛਕਣ ਲੱਗੇ ਨੇ। ਹੁਣ 2 ਹਿੱਸੇ ਬਚਦੇ ਆ।
ਇੰਦਰਸੈਨ ਜੀ ਤੇ ਭਾਈ ਝੰਡਾ ਜੀ, ਉਹਨਾਂ ਅੰਦਰ ਇੰਨਾ ਸਰੂਰ ਹੈ, ਇੰਨੀ ਬੰਦਗੀ ਹੈ, ਸਮਾਧੀ ਐਸੀ ਲੱਗੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਜ਼ਰ ਭਰ ਭਰ ਕੇ ਵੇਖੀ ਜਾ ਰਹੇ ਨੇ, ਹਿਰਦਾ ਰੱਜਦਾ ਨਹੀਂ। ਨਾਦਰ ਭੋਣ ਆਹਾਰੀ ਰਹੀ, ਜੋ ਕਿੰਕਰ ਕੇ ਕਲ ਮਲ ਦਹੀ। ਭਾਈ ਬਾਲਾ ਜੀ ਕਹਿੰਦੇ ਪਾਤਸ਼ਾਹ ਆਪਾਂ ਤੇ ਪੌਣਾ ਹਾਰੀ ਰਹਿੰਦੇ ਆ ਹਵਾ ਦੇ ਸਹਾਰੇ, ਪਰ ਜੇ ਆਪ ਜੀ ਦਾ ਹੁਕਮ ਹੋਇਆ ਤੇ ਭੋਜਨ ਪਰਵਾਰ ਜ਼ਰੂਰ ਕਰਾਂਗੇ। ਕਹਿੰਦੇ ਮੈਂ ਪਾਤਸ਼ਾਹ ਦਾ ਬਚਨ ਮੰਨ ਕੇ ਗਰਾਈ ਪਾਉਣੀ ਸ਼ੁਰੂ ਕਰਤੀ ਮੁੱਖ। ਭਾਈ ਬਾਲਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਦੇ ਕਦੇ ਰੋਟੀ ਖਾਂਦੇ ਸੀ, ਕਦੇ ਕਦੇ ਜਿੱਥੇ ਕੋਈ ਬਹੁਤੇ ਪਿਆਰ 'ਚ ਕਹਿੰਦਾ ਸੀ ਛਕ ਲੈਂਦੇ ਸੀ, ਪੌਣਾ ਹਾਰੀ ਰਹਿੰਦੇ ਸੀ। ਤੇ ਭਾਈ ਮਰਦਾਨਾ ਜੀ ਦੀ ਭੁੱਖ ਸਤਿਗੁਰਾਂ ਕਿਉਂ ਨਹੀਂ ਖਤਮ ਕੀਤੀ? ਉਹ ਦੁਨੀਆ ਨੂੰ ਤਾਰਨ ਦੇ ਬਹਾਨੇ ਨੇ। ਉਹਨਾਂ ਨੂੰ ਭੁੱਖ ਨਾ ਲੱਗਦੀ ਤੇ ਜੰਗਲਾਂ 'ਚ ਕਿਉਂ ਜਾਂਦੇ? ਉਹਨਾਂ ਨੂੰ ਭੁੱਖ ਨਾ ਲੱਗੇ ਤੇ ਸ਼ਹਿਰਾਂ ਤੋਂ ਬਾਹਰ ਕਿਉਂ ਬੈਠਣ? ਜੇ ਉਹ ਵੀ ਪੌਣਾ ਹਾਰੀ ਹੋ ਗਏ, ਉਹਨਾਂ ਕਹਿਣਾ ਬਾਬਾ ਆਪਾਂ ਦੁਨੀਆ ਤੋਂ ਲੈਣਾ ਕੀ ਹੈ, ਅਸੀਂ ਕੀ ਕਰਨ ਜਾਣਾ ਕਿਤੇ। ਬਸ ਉਹ ਭੁੱਖ ਨਹੀਂ ਹੈ, ਉਹ ਚਮਤਕਾਰ ਹੈ ਗੁਰੂ ਨਾਨਕ ਜੀ ਦਾ। ਭਾਈ ਮਰਦਾਨਾ ਜੀ ਕੋਲ ਬੈਠੇ ਸੰਤੁਸ਼ਟ ਨੇ। ਮਰਦ ਕਹਿੰਦੇ ਮਰਦਾਨਿਆ ਹੋਰ, ਕਹਿੰਦੇ ਬਾਬਾ ਜੀ ਆਪਾਂ ਤੇ ਗਲ ਤੱਕ ਭਰ ਲਿਆ, ਰੱਜ ਗਏ ਆਪਾਂ, ਸਾਨੂੰ ਭੁੱਖ ਨਹੀਂ ਹੈ, ਤੁਸੀਂ ਛੱਡ ਲਓ। ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਦਾ ਬਚਨ ਨਹੀਂ ਮੋੜਿਆ, ਬੇਸ਼ੱਕ ਮੈਨੂੰ ਭੁੱਖ ਨਹੀਂ ਸੀ, ਮੈਂ ਬੜੇ ਪ੍ਰੇਮ ਵਿੱਚ ਚਖਿਆ। ਕਹਿੰਦੇ ਉਸ ਭੋਜਨ ਦਾ ਰਸ ਕਹਿਣ ਵਿੱਚ ਨਹੀਂ ਆਉਂਦਾ, ਜ਼ੁਬਾਨ ਨਾਲ ਬੋਲਿਆ ਨਹੀਂ ਜਾ ਸਕਦਾ, ਕਲਮ ਨਾਲ ਲਿਖਿਆ ਨਹੀਂ ਜਾ ਸਕਦਾ। ਉਹ ਭੋਜਨ ਵਿੱਚ ਅੰਮ੍ਰਿਤ ਵਰਤਦਾ ਸੀ। ਅਚਵਦ ਅਸਨ ਗੁਰੂ ਜਬ ਹੀ, ਉਨ ਝੰਡੇ ਕੋ ਦੀਨੋ ਤਬ ਹੀ। ਇੰਦਰਸੈਨ ਤੇ ਚੌਂਕੜਾ ਲਾ ਕੇ ਬੈਠੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਥੋੜੀ ਦੇਰ ਬਾਅਦ ਕੁਛ ਭੋਜਨ ਛਕਿਆ, ਆਪਣਾ ਸ਼ੀਤ ਪ੍ਰਸ਼ਾਦ ਥਾਲ ਅੱਗੇ ਕਰਤਾ ਭਾਈ ਝੰਡਾ ਜੀ ਦੇ। ਮਰਦ ਕਹਿੰਦੇ ਝੰਡਿਆ ਛਕ ਲੈ। ਇਹ ਕਿੱਥੇ ਆ ਅਵਸਥਾ? ਇਹ ਅਵਸਥਾ ਬੜੀ ਗਹਿਰੀ ਹੈ। ਜਿਹਨੇ ਤਨ ਮਨ ਧਨ ਹਿਰਦਾ ਗੁਰੂ ਨੂੰ ਸੌਂਪਤਾ, ਉਹ ਫੈਸਲਾ ਲੈ ਸਕਦਾ ਹੈ ਵੀ ਮਰਜ਼ੀ ਰੋਟੀ ਤੁਹਾਡੀ ਮੈਂ ਨਹੀਂ ਖਾਣੀ, ਨਹੀਂ, ਕਿਉਂਕਿ ਮਨ ਉਹਦਾ ਨਹੀਂ ਹੈ, ਮਨ ਗੁਰੂ ਦਾ। ਬੁੱਧ ਅਕਲ ਗੁਰੂ ਦੀ ਹੈ। ਸਤਿਗੁਰਾਂ ਥਾਲ ਅੱਗੇ ਕੀਤਾ, ਕਹਿੰਦੇ ਛਕ ਲੈ। ਜਿਹਨੇ ਆਪਣਾ ਆਪ ਗੁਰੂ ਨੂੰ ਸੌਂਪਿਆ ਹੈ, ਉਹਦੇ ਕੋਲ ਇੱਕ ਹੀ ਵਚਨ ਹੁੰਦਾ, ਇਹ 7 ਵਚਨ। ਉਹ ਵੀ ਕਮਾਉਣ ਵਾਲਾ, ਸਾਡੇ ਵਾਲਾ ਨਹੀਂ। ਇੱਥੇ ਆਪਾਂ ਸਾਰੇ ਜਿਹਨੇ ਧਰਮ ਨਾਲ ਜੁੜੇ ਆ ਨਾ, ਭਾਈ ਸਾਹਿਬ ਕੰਮ ਕਰ ਲਿਓ, ਹਾਂਜੀ 7 ਵਚਨ ਕਰਨਾ ਕਰਨਾ ਹੈ ਨਹੀਂ, ਬਸ ਵੀ ਬੰਦਾ ਨਾਰਾਜ਼ ਨਾ ਹੋ ਜੇ। ਜੇ ਆਪਾਂ ਜਵਾਬ ਦੇ ਤਾ ਅਗਲਾ ਕੋ ਲੈ ਭਾਈ ਸਾਹਿਬ ਇੱਦਾਂ ਦੇ ਆ, ਬਾਬਾ ਜੀ ਇੱਦਾਂ ਦੇ ਆ, ਨਹੀਂ, ਆਖਾਂ ਮੁੜਦਾ ਨਹੀਂ, ਡੱਕਾ ਤੋੜਦਾ। ਅੱਜ ਸਾਡੇ ਡਿਪਾਰਟਮੈਂਟ ਦਾ ਇਹ ਕੰਮ, ਕੋਈ ਆਖੇ ਭਰਾਵਾ ਚੀਜ਼ ਲੈ, ਹਾਂ ਹਾਂ ਆ ਜੂਗੀ, ਪਰ ਲੋੜ ਕੀ ਹੈ, ਆਪ ਹੀ ਲੈ ਆਉਣਗੇ। ਖੱਜਲ ਹੋ ਗਏ ਜਦੋਂ ਵੀ ਇਹਨੇ ਕਿਹੜਾ ਆਖੇ ਲੱਗਦਾ। ਪਰ ਨਹੀਂ, ਰੱਬ ਦੇ ਪਿਆਰੇ 7 ਵਚਨ ਹਿਰਦੇ ਤੋਂ ਕਹਿੰਦੇ ਆ, ਜੋ ਕਹਿੰਦੇ ਆ ਕਰਕੇ ਵਿਖਾਉਂਦੇ ਹਨ। ਦੋਹਰਾ ਹਿਤ ਕਰ ਕੀਨੋ ਖਾਨ ਤਿਨ, ਖੁੱਲ ਗਏ ਬਿਕਟ ਕਪਾਟ, ਪਰਮ ਮੋਹ ਕੋ ਨਸ਼ਟ ਕੀਆ, ਦਵੈਤੈ ਸਾਖਰ ਕਾਟ। ਜਦੋਂ ਸਤਿਗੁਰਾਂ ਦਾ ਸ਼ੀਤ ਪ੍ਰਸ਼ਾਦ ਭਾਈ ਝੰਡਾ ਜੀ ਦੇ ਛਕਿਆ, ਕਹਿੰਦੇ ਉਹਨਾਂ ਦੇ ਕਪਾਟ ਖੁੱਲ ਗਏ। ਤਿੰਨੇ ਲੋਕਾਂ ਦੀ ਸੋਝੀ ਹੋ ਗਈ, ਤਿੰਨੇ ਲੋਕਾਂ ਦੀ। ਹੁਣ ਤੱਕ ਤੇ ਸਿਰਫ ਇਸ ਦੁਨੀਆ ਦੀ ਸੋਝੀ ਸੀ, ਆਪਣੇ ਆਪ ਦੀ ਸੋਝੀ, ਰੱਬ ਦੀ ਸੋਝੀ ਸੀ। ਤਿੰਨੇ ਲੋਕਾਂ ਦੀ ਸੋਝੀ ਹੋਈ, ਅੰਦਰ ਦਾ ਪਰਮ ਮੋਹ ਕੱਟਿਆ ਗਿਆ। ਇੱਕ ਤੇ ਮੋਹ ਅੱਜ ਚ ਆਪਾਂ ਤੁਰੇ ਫਿਰਦੇ ਹਾਂ ਸਾਰੇ, ਇਹ ਮੋਹ ਜਾਨਵਰਾਂ ਵਿੱਚ ਵੀ ਹੈ, ਕੁੱਤੇ ਬਿੱਲੀਆਂ 'ਚ ਵੀ ਹੈਗਾ, ਸਾਡੇ 'ਚ ਵੀ ਹੈਗਾ। ਪਰ ਇੱਕ ਇਸ ਮੋਹ ਤੋਂ ਬਾਅਦ ਹੀ ਆਉਂਦਾ ਜਦੋਂ ਭਗਤੀ ਕਰਦੇ, ਉਹਨੂੰ ਕਹਿੰਦੇ ਪਰਮ ਮੋਹ, ਆਪਣੇ ਆਪ ਦੀ ਸੂਖਮ ਹੋ ਕੇ। ਸਤਿਗੁਰਾਂ ਦੇ ਸੀਤ ਪ੍ਰਸ਼ਾਦ ਦੇ ਨਾਲ ਉਹ ਵੀ ਅੱਜ ਕੱਟੀ ਗਈ। ਜੋ ਪਈ ਕਿਕ ਗੀ ਬ੍ਰਿਤ ਸਮਾਦ ਲਗਾਈ, ਭਇਓ ਬਦੇ ਨਾ ਸੁਧ ਤਨ ਕਾਈ। ਇੱਕਦਮ ਭਾਈ ਝੰਡਾ ਜੀ ਨੇ ਭੋਜਨ ਛਕਿਆ, ਤਿੰਨੇ ਲੋਕਾਂ ਦੀ ਸਮਾਧੀ 'ਚ ਧਿਆਨ ਚਲੇ ਗਿਆ। ਦਿਸਦਾ ਹੈ ਪਖੰਡ ਬ੍ਰਹਿਮੰਡ ਪਤਾਲ ਦੀਪ ਸਭ ਨਜ਼ਰ ਆ ਰਿਹਾ ਹੈ। ਕਹਿੰਦੇ ਐਸੀ ਸੁਨ ਸਮਾਧ ਲੱਗੀ, ਅਕਾਲ ਪੁਰਖ ਦਾ ਰੂਪ ਭਾਈ ਝੰਡਾ ਜੀ ਹੋਏ। ਸਿੱਖ ਵੀ ਅੱਜ ਗੁਰੂ ਹੋ ਗਿਆ ਏ। ਦੋਨੋਂ ਬੈਠੇ ਹੋਏ ਅਡੋਲਾ, ਸੁਖਿਆ ਤਮ ਕੋ ਪਾਏ ਅਮੋਲਾ। ਅੱਜ ਆਤਮਾ ਦਾ ਸੁੱਖ ਮਿਲਦਾ, ਸਰੀਰ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਬੈਠਾ ਹੈ। ਕਹਿੰਦੇ ਸਾਰਾ ਦਿਨ ਬੈਠੇ ਰਹੇ ਅਡੋਲ ਹੋ ਕੇ। ਭਾਵੇਂ ਹੁਣ ਸੱਪ ਵੀ ਡੰਗ ਮਾਰ ਜੇ ਦਰਦ ਨਹੀਂ ਹੋਣਾ, ਜ਼ਹਿਰ ਨਹੀਂ ਚੜ੍ਹਨਾ, ਕਿਉਂਕਿ ਮਨ ਦਾ ਸੰਪਰਕ ਸਰੀਰ ਤੋਂ ਟੁੱਟ ਚੁੱਕਿਆ ਏ।
ਇਹਨੂੰ ਆਰੇ ਨਾਲ ਚੀਰਦੇ, ਕੋਈ ਜਿਉਂਦਾ ਅੱਗ ਵਿੱਚ ਸਾੜਦੇ। ਇਹੀ ਕਾਰਨ ਹੁੰਦਾ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ। ਆ ਜਿੰਨੇ ਅੱਜ ਕੱਲ੍ਹ ਬ੍ਰਹਮ ਗਿਆਨੀ ਬਣੇ ਫਿਰਦੇ ਆ, ਇਹਨਾਂ ਨੂੰ ਕਿਤੇ ਨਾ ਗੱਡੀ ਦੇ ਇੰਜਣ ਤੇ ਬਿਠਾ ਕੇ ਵੇਖੋ, ਪਤਾ ਲੱਗ ਜਾਣਾ ਵੀ ਕਿੱਡਾ ਕੁ ਬ੍ਰਹਮ ਗਿਆਨੀ। ਇਹ ਤੇ ਕਰੋਨਾ ਟਾਈਮ ਨਹੀਂ ਲੱਭਿਆ ਕੋਈ, ਪਰ ਬ੍ਰਹਮ ਗਿਆਨੀ ਜਦੋਂ ਬਣ ਗਿਆ ਨਾ, ਕੋਈ ਤਪਦੀ ਭੱਠੀ ਵਿੱਚ ਸੁੱਟ ਦੋ, ਸੇਕੀ ਕੋਈ। ਬਾਬਾ ਵਿਧੀ ਚੰਦ ਗੁਰਦੁਆਰਾ ਭੱਟ ਸਾਹਿਬ ਪੱਟੀ ਵਿੱਚ ਅੱਜ ਵੀ ਬਣਿਆ ਹੋਇਆ ਹੈ। ਤਪਦੀ ਭੱਠੀ ਵਿੱਚ ਬੈਠ ਕੇ ਉੱਤੇ ਉਹ ਦਾਣੇ ਭੁੰਨ ਰਹੀ ਹੈ। ਭੱਠੀ 'ਚ ਗੁਰੂ ਕਾ ਸਿੱਖ ਬੈਠਾ ਹੈ, ਤਪਤ ਮਾਹੇ ਠੰਡ ਕਰਦਾ। ਕੀ ਅੱਗ ਨੇ ਸਾੜਿਆ? ਨਹੀਂ, ਕਿਉਂਕਿ ਉਹਨਾਂ ਨੂੰ ਫਰਕ ਨਹੀਂ ਸੀ ਇਸ ਚੀਜ਼ ਦਾ। ਸੇਕ ਨਹੀਂ ਸਤਾਉਂਦਾ, ਉਹ ਸਨ ਬ੍ਰਹਮ ਗਿਆਨੀ ਸਿੱਖ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸਾ ਬ੍ਰਹਮ ਗਿਆਨ ਇਹਨਾਂ ਗੁਰਮੁਖਾਂ ਨੂੰ ਬਖਸ਼ ਦਿੱਤਾ ਏ, ਕਹਿੰਦੇ ਮੈਂ ਤੇ ਤੂੰ ਦੀ ਸੋਝੀ ਭੁੱਲ ਗਈ, ਸਭ ਕੁਝ ਤੇਰਾ ਦਿਸਦਾ ਏ। ਦੀਨ ਪਹਿਰ ਬੀਤੇ ਸੁਭਾਂਤੇ, ਰਹਿ ਗਈ ਇੱਕ ਜਾਮ ਜਬ ਰਾਤੇ। ਸਾਰਾ ਦਿਨ ਲੰਘ ਗਿਆ, ਸਾਰੀ ਰਾਤ ਲੰਘ ਗਈ, 3 ਪਹਿਰ ਰਾਤ ਦੇ ਵੀ ਲੰਘੇ ਬੈਠੇ ਆ। ਅੰਮ੍ਰਿਤ ਵੇਲਾ ਹੋ ਗਿਆ, 1 ਪਹਿਰ ਰਹਿ ਗਿਆ। 3 ਵਜੇ ਦਾ ਸਮਾਂ ਹੋਇਆ। ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਵੀ ਤੇ ਅਡੋਲ ਬੈਠੇ ਪੱਥਰ ਵਾਂਗੂ, ਨਾ ਭੁੱਖ ਨਾ ਪਿਆਸ ਨਾ ਦੁੱਖ ਨਾ ਗਮ ਨਾ ਸੁੱਖ ਹੈ ਹੀ ਕੋਈ। ਦੋਨਾਂ ਦੀ ਸਮਾਧੀ ਐਸੀ ਅਡੋਲ ਹੈ, ਕਿਸੇ ਦੇ ਹੋਣ ਨਾ ਹੋਣ ਦਾ ਅੱਜ ਫਰਕ ਨਹੀਂ ਪੈਂਦਾ। ਠੱਕਰ ਕੀਨੋ ਗੁਰੂ ਇਸ਼ਨਾਨਾ, ਬਹੋਰੋ ਸਿਰ ਸੂਰਜ ਪ੍ਰਤਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਠ ਕੇ ਖੂਹ ਤੇ ਜਾ ਕੇ ਇਸ਼ਨਾਨ ਕੀਤਾ, ਫੇਰ ਆ ਕੇ ਸਤਿਗੁਰਾਂ ਚੌਂਕੜਾ ਲਾਇਆ, ਬੈਠੇ ਰਹੇ। ਇੰਨੇ ਨੂੰ ਸੂਰਜ ਦੀ ਟਿੱਕੀ ਚੜ੍ਹ ਗਈ। ਸਵੇਰ ਦਾ ਵੇਲਾ ਹੋਇਆ, ਸੂਰਜ ਦੀਆਂ ਰੇਸ਼ਮਾਂ ਨਿਕਲੀਆਂ। ਭਾਈ ਬਾਲਾ ਮਰਦਾਨਾ ਸਤਿਗੁਰਾਂ ਦੇ ਨਾਲ ਇਸ਼ਨਾਨ ਕਰਕੇ ਬੈਠ ਗਏ ਅੰਮ੍ਰਿਤ ਵੇਲੇ, ਪਰ ਇੱਧਰ 2 ਮੂਰਤਾਂ ਜਿਹੜੀਆਂ ਬੈਠੀਆਂ ਉਹ ਸਿੱਖ ਰਹੀ ਗਏ, ਭਾਈ ਝੰਡਾ ਤੇ ਇੰਦਰ ਸਿੰਘ। ਨਾ ਦਿਨ ਦਾ ਪਤਾ ਲੱਗਿਆ, ਨਾ 12 ਘੰਟੇ ਦੀ ਲੰਘੀ ਰਾਤ ਦਾ ਪਤਾ ਲੱਗਿਆ। ਝੱਟ ਪਲ ਕਦੋਂ ਬਤੀਤ ਹੋ ਗਈ। ਨੇ ਭਲਾਏ ਸਮਾਜ ਛੁਟਾਈ, ਮੇਰੇ ਦੁਲ ਗਿਰਾ ਬੋਲੇ ਜਗ ਸਾਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੀਸ ਉੱਤੇ ਹੱਥ ਰੱਖਿਆ, ਰਸਨਾ ਤੋਂ ਸਤ ਕਰਤਾਰ ਆਖਿਆ, ਦੋਨਾਂ ਦੀ ਸਮਾਧੀ ਹੋ ਗਈ। ਸੁਰਤ ਖਿੱਚੀ ਉਹਨਾਂ, ਕਿਉਂਕਿ ਸੁਰਤ ਵਿੱਚ ਬੈਠੇ ਵੀ ਆਪ ਹੀ ਨੇ। ਉਹ ਭਾਵੇਂ ਲੋਕਾਂ ਨੂੰ ਸਰੀਰ ਲੱਗਦੇ ਨੇ, ਸਰੀਰ ਥੋੜਾ ਨੇ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਤੇ ਇੱਕ ਰੂਹਾਨੀਅਤ ਦੀ ਰੂਹ ਹੈ, ਉਹ ਆਪ ਪਰਮਾਤਮਾ ਨੇ, ਆਪ ਪਰਮੇਸ਼ਵਰ ਨੇ। ਜਦੋਂ ਸਤਿਗੁਰਾਂ ਨੇ ਅੰਦਰੋਂ ਧਿਆਨ ਖਿੱਚ ਲਿਆ ਉਹਨਾਂ ਦਾ, ਜਿਸ ਧਿਆਨ 'ਚ ਬੈਠੇ ਸੀ ਮਗਨ, ਨੇਤਰ ਖੋਲੇ ਨੇ, ਉਹਨਾਂ ਨੇ ਵੇਖਿਆ ਗੁਰੂ ਸਾਹਿਬ ਉਸੇ ਰੂਪ ਦੇ ਸਾਹਮਣੇ ਬੈਠੇ। ਬੜੇ ਪਿਆਰ ਵਿੱਚ ਸਤਿਗੁਰਾਂ ਨੇ ਦੋਨਾਂ ਸੱਜਣਾ ਬਚਨ ਕੀਤੇ, ਮਾਣ ਬਖਸ਼ਿਆ, ਸਤਿਕਾਰ ਦਿੱਤਾ ਏ। ਦਰ ਸੈਨ ਮੰਜੀ ਅਬਲੀਜੈ, ਪੁਰ ਕੋ ਗੁਰ ਹੈ ਬਰਹਨ ਕਰੀਜੈ। ਪਹਿਲਾ ਬਚਨ ਸੀ ਸਤਿਗੁਰਾਂ ਦਾ ਭਾਈ ਇੰਦਰ ਸੈਨ ਦੇ ਤਾਈ। ਗੁਰੂ ਬਾਬਾ ਜੀ ਕਹਿੰਦੇ, ਇੰਦਰ ਸੈਨ ਤੈਨੂੰ ਗੁਰੂ ਬਣਾਉਣ ਲੱਗੇ ਆ, ਇਸ ਸ਼ਹਿਰ ਦੀ ਮੰਜੀ ਬਖਸ਼ਾਂਗੇ। ਭਾਵ ਇਸ ਸ਼ਹਿਰ ਦਾ ਗੁਰੂ ਤੂੰ ਹੋਏਗਾ, ਇੱਥੇ ਦੀ ਸਿੱਖੀ ਦਾ ਪ੍ਰਚਾਰ ਤੂੰ ਕਰੇਗਾ। ਇੱਕ ਜਥੇਦਾਰ ਗੁਰੂ ਰੂਪ ਕਿਉਂ ਹੈ? ਉਹ 'ਚ ਕਿਹੜਾ ਹਉਮੈ ਹੈ, ਉਹ 'ਚ ਕਿਹੜਾ ਮੋਹ ਹੈ ਵੀ ਅੱਜ ਗੁਰੂ ਮੈਂ ਆ, ਕੱਲ ਨੂੰ ਮੇਰਾ ਮੁੰਡਾ ਗੁਰੂ ਹੋਊਗਾ। ਅੱਜ ਸਿਆਸਤ ਵਿੱਚ ਵੀ ਤੇ ਇਹੀ ਕੁਛ ਹੈ ਨਾ, ਪਿਓ ਮੰਤਰੀ ਪੁੱਤ ਮੰਤਰੀ। ਧਰਮ ਦੀ ਦੁਨੀਆ ਵਿੱਚ ਜੋ ਬਾਪੂ ਉਹੀ ਪੁੱਤ, ਉਹੀ ਪੋਤਾ, ਉਹੀ ਪੜਪੋਤਾ ਚੱਲ ਰਿਹਾ ਨਾ ਸੰਤ ਦਾ। ਪਰ ਇੱਕ ਚੋਰ ਵਧੀਆ ਨਹੀਂ, ਚੋਰ ਦਾ ਮੁੰਡਾ ਚੋਰ ਨਹੀਂ ਹੁੰਦਾ। ਸਾਧ ਦਾ ਪੁੱਤ ਸਾਧ ਹੋਊਗਾ, ਚੋਰ ਦਾ ਚੋਰ ਨਹੀਂ। ਲੁਟੇਰੇ ਦਾ ਪੁੱਤ ਹੋ ਸਕਦਾ ਲੁਟੇਰਾ ਨਾ ਹੋਵੇ, ਡਾਕਟਰ ਦਾ ਪੁੱਤ ਹੋ ਸਕਦਾ ਡਾਕਟਰ ਨਾ ਹੋਵੇ, ਪਰ ਰਾਜਨੀਤਿਕ ਦਾ ਪੁੱਤ ਰਾਜਨੀਤਿਕ ਜ਼ਰੂਰ ਹੋਏਗਾ। ਧਰਮ ਤੇ ਸਿਆਸਤ ਅੱਜ ਏਦਾਂ ਚੱਲ ਰਹੀ ਹੈ। ਅੱਗੇ ਕੀ ਸੀ ਕਿ ਭਾਈ ਝੰਡਾ ਜੀ ਆਪਣੇ ਪੁੱਤ ਨੂੰ ਬਣਾਉਣਗੇ ਗੁਰੂ, ਕਿ ਮੈਂ ਗੁਰੂ ਆ ਤੇ ਮੇਰਾ ਪੁੱਤ ਗੁਰੂ ਹੋਏਗਾ? ਨਹੀਂ। ਕੀ ਭਾਈ ਇੰਦਰ ਸੈਨ ਇਹ ਸੋਚਣਗੇ ਵੀ ਮੈਂ ਗੁਰੂ ਆ, ਮੈਂ ਆਪਣੇ ਮਾਮੇ ਨੂੰ ਗੱਦੀ ਦੇ ਦਿਆਂ ਜਾ ਕੇ? ਬਿਲਕੁਲ ਨਹੀਂ। ਤਿਆਗ ਹੋ ਗਿਆ ਜੀ ਅੰਦਰ। ਸਾਰੀ ਦੁਨੀਆ ਨਾਲ ਜਿਹੋ ਜਿਹੇ ਪਰਿਵਾਰ ਨਾਲ ਨਹੀਂ, ਹੁਣ ਕੋਈ ਫਰਕ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਪਿਆਰਿਆ ਤੈਨੂੰ ਮੰਜੀ ਬਖਸ਼ਾਂਗੇ, ਪ੍ਰਚਾਰ। ਮੰਜੀ ਤੋਂ ਭਾਵ ਇੱਕ ਜਥੇਦਾਰੀ, ਇੱਕ ਅਹੁਦਾ, ਤਾਂ ਜੋ ਸੰਗਤ ਨੂੰ ਸਾਡੇ ਕੋਲ ਜਿੱਥੇ ਅਸੀਂ ਵਸਦੇ ਹਾਂ ਉੱਥੇ ਆਉਣ ਦੀ ਲੋੜ ਨਹੀਂ। ਜਿੰਨਾ ਸਾਡੇ ਦਰਸ਼ਨ ਕਰਨੇ ਨਾ ਸਿੱਖਾਂ ਜੋ ਕਰਨ, ਤੇ ਸਿੱਖ ਪ੍ਰਚਾਰ ਕਰਦੇ ਸੀ, ਕਿਉਂਕਿ ਤਨ ਮਨ ਗੁਰੂ ਨੂੰ ਸੌਂਪਿਆ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਇੰਦਰ ਸੈਨ ਜੀ
ਸਾਡਾ ਮਨ ਕਹਿੰਦਾ ਏ ਤੁਹਾਨੂੰ ਕੋਈ ਰੁਤਬਾ ਦੇ ਦਈਏ। ਹਾਥ ਬੰਦ ਦਵੇ ਬਿਨੈ ਬਖਾਨੀ, ਹੋਕਰ ਧਰ ਰੂਪ ਗੁਣ ਖਾਨੀ। ਦੋਨੇ ਹੱਥ ਜੋੜ ਕੇ ਕਹਿੰਦੇ ਹੇ ਕਰਤਾਰ ਪਰਮਾਤਮਾ ਤਰਸ ਕਰੋ, ਰਹਿਮ ਕਰੋ, ਕੁਛ ਨਹੀਂ ਚਾਹੀਦਾ। ਤੇ ਦੁਨੀਆ ਧਾਰਮਿਕ ਥਾਵਾਂ ਤੇ ਅੱਜ ਵੀ ਉਹਨਾਂ ਗੁਰਦੁਆਰਿਆਂ 'ਚ ਭੀੜ ਜ਼ਿਆਦਾ ਹੁੰਦੀ ਜਿੱਥੇ ਲਿਖਿਆ ਜਾਂਦਾ ਇੱਥੇ ਫਲਾਣੀ ਸੁੱਖ ਪਰਵਦੀ ਹੈ, ਇੱਥੋਂ ਮੁੰਡੇ ਮਿਲਦੇ ਆ, ਆਹ ਗੁਰਦੁਆਰੇ ਵਿੱਚ ਆ ਕੇ ਆ ਰੋਗ ਕੱਟਿਆ ਜਾਂਦਾ। ਮੈਂ ਕਹਿੰਦਾ ਵੇਖੋ ਤੇ ਸਹੀ, ਲਗਨਾਂ ਲੱਗੀਆਂ ਪਈਆਂ ਲੋਕਾਂ ਦੀਆਂ ਲਗਨਾਂ। ਮਤਲਬ ਅਜੇ ਵੀ ਦੁਨੀਆ ਪਦਾਰਥਾਂ ਪਿੱਛੇ ਭਟਕਦੀ ਫਿਰਦੀ, ਰੱਬ ਦੀ ਲੋੜ ਕਿਸੇ ਨੂੰ ਨਹੀਂ ਹੈ। ਆ ਨਵੇਂ ਤੋਂ ਨਵੇਂ ਬਾਬਿਆਂ ਦਾ ਕੰਮ ਕਿਉਂ ਚੱਲਦਾ ਹੈ, ਪਖੰਡੀਆਂ ਦਾ, ਵੀ ਇਹਨੇ ਬਚਨ ਕਰਤਾ ਆ ਹੋ ਜੂਗਾ, ਆ ਗੁਰਦੁਆਰੇ ਜਾਓਗੇ ਵੀਜ਼ਾ ਲੱਗ ਜੂ। ਜਿਵੇਂ ਆ ਜਲੰਧਰ ਕੋਲ ਤੱਲਣ ਆ ਨਾ, ਬਚਪਨ ਵਿੱਚ ਜਾਂਦੇ ਸੀ ਉਦੋਂ ਵੇਖਦੇ ਹੁੰਦੇ ਸੀ ਲੋਕਾਂ ਦੇ ਹਾਲਾਤ। ਚਲੋ ਹੁਣ ਤੇ ਉਹ ਗੁਰਦੁਆਰਾ ਬਹੁਤ ਵੱਡੇ ਮੈਪ ਤੇ ਆ ਗਿਆ। ਉੱਥੇ ਲੋਕ ਹਵਾਈ ਜਹਾਜ਼ ਚੜਾਉਂਦੇ ਖੜਾਉਣੇ ਆਉਂਦੇ ਨੇ, ਬਾਹਰ ਦੁਕਾਨਾਂ ਲੱਗੀਆਂ ਕਾਹਦੇ ਵਾਸਤੇ? ਕਹਿੰਦੇ ਜਿਹੜਾ ਇੱਥੋਂ ਹਵਾਈ ਜਹਾਜ਼ ਖਰੀਦ ਕੇ ਮੱਥਾ ਟੇਕੂਗਾ ਨਾ ਸਿੱਧਾ ਕੈਨੇਡਾ ਜਾਊਗਾ। ਉਹ ਸਤਨਾਮ ਸਿੱਧਾ ਆਈ ਨਹੀਂ ਪਤਾ ਲੱਗਿਆ ਵੀ ਉਹ ਕਿਹੜਾ ਬਾਬਾ ਸੀ ਜਿਹੜਾ ਹਵਾਈ ਜਹਾਜ਼ ਬਣਨ ਤੋਂ ਪਹਿਲਾਂ ਹੀ ਵਰ ਦੇ ਗਿਆ ਵੀ ਇੱਥੇ ਪਲੇਨ ਉੱਡਣਗੇ ਤੇ ਪਲੇਨਾਂ 'ਚ ਬੰਦੇ ਚੜ੍ਹਿਆ ਕਰਨ। ਜਿਸ ਵੇਲੇ ਜਹਾਜ਼ਾਂ ਦੀ ਹੋਂਦ ਨਹੀਂ ਸੀ ਬਣੀ, ਉਹ ਸਥਾਨ ਤੇ ਉਦੋਂ ਦਾ ਬਣਿਆ ਹੋਇਆ। ਇਹ ਵਰ ਕਿਹੜਾ ਦੇ ਗਿਆ? ਹੁਣ ਇਹ ਨਹੀਂ ਪਤਾ ਲੱਗਦਾ ਵੀ ਕਿਹੜੀ 에ਅਰਲਾਈਨ ਦਾ ਜਹਾਜ਼ ਚੜਾਉਣਾ, ਪਤਾ ਕਰਨਾ ਪੈਣਾ ਵੀ ਲਫਤਾਂਸਾ ਜਾਂ ਮਲੇਸ਼ੀਆ 에ਅਰਲਾਈਨ ਜਾਂ ਕੋਈ ਹੋਰ ਜਾਂ ਬ੍ਰਿਟਿਸ਼ ਵਾਲੇ ਆ, ਨਹੀਂ ਵੀ ਪਤਾ। ਕਾਰੋਬਾਰ ਚੱਲੀ ਜਾਂਦਾ, ਜਹਾਜ਼ ਲਓ ਚੜ੍ਹਾਈ ਚੱਲੋ, ਹੀ ਫੇਰ ਬਾਹਰ ਭੇਜ ਦਿੰਦੇ ਨੇ, ਫੇਰ ਆ ਜਾਂਦੇ ਆ। ਸਰਕਲ ਹੈ, ਸੁੱਖ ਬਾਰ ਆ ਰਹੀ ਹੈ। ਹੁਣ ਵੀਜ਼ਾ ਤੇ ਦੇਖੋ ਆਈਲੈਟਸ ਕਰੋਗੇ ਤੇ ਲੱਗੂਗਾ ਹੀ, ਚੰਗੇ ਨੰਬਰ ਲੈ ਲਓਗੇ ਲੱਗ ਜੂਗਾ। ਤੁਸੀਂ ਇੱਕ ਵੀ ਨੰਬਰ ਨਾ ਲਓ, ਮੈਂ ਕਹਿੰਦਾ 1000 ਅਰਦਾਸਾਂ ਕਰਾ ਦਿਓ ਲੱਗ ਜੂ ਨਹੀਂ। ਗੁਰੂ ਕਹਿੰਦਾ ਕਰਮ ਵੀ ਕਰ, ਕਿਰਤ ਵੀ ਕਰ, ਰੱਬ ਤੇ ਭਰੋਸਾ ਵੀ ਰੱਖ, ਪਰ ਆਪਣੇ ਸੁੱਖਾਂ ਵਾਸਤੇ ਗੁਰੂ ਨੂੰ ਨਾ ਵਰਤ। ਅੱਜ ਵੀ ਕਿਸੇ ਰੁੱਖ ਥੱਲੇ ਮੱਥਾ ਟੇਕਿਆ ਸੁੱਖ ਮਿਲਦਾ, ਲੋਕੀ ਲੈਣਾ ਲੱਗ ਖੜੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੈਨੂੰ ਮੰਜੀ ਬਖਸ਼ਾਂਗੇ। ਮੈਂ ਇੱਕ ਚੀਜ਼ ਬੜੀ ਨੋਟ ਕੀਤੀ, ਕਿਸੇ ਸਥਾਨ ਤੇ ਜਾਈਏ ਤਾਂ ਉੱਥੇ ਲਿਖਿਆ ਹੁੰਦਾ ਹੈ ਵੀ ਗੁਰੂ ਸਾਹਿਬ ਕਹਿੰਦੇ ਇੱਥੇ ਆਓਗੇ, ਠੀਕ ਹੈ ਸਥਾਨ ਬਹੁਤ ਵੱਡੇ ਜਿੱਥੇ ਸਤਿਗੁਰ ਦੇ ਚਰਨ ਪੈ ਗਏ, ਉੱਥੇ ਦੇ ਮਹਾਰਾਜ ਹਾਜ਼ਰ ਨੇ, ਪਰ ਇਹ ਮਹਾਰਾਜ ਕਦੋਂ ਲੈ ਗਏ ਵੀ ਇੱਥੇ ਮੱਥਾ ਟੇਕੋਗੇ, ਸਿੱਖੋ, ਇੱਥੇ ਮੰਨਤ ਮੰਗੋਗੇ ਤੁਹਾਡੀ ਪੂਰੀ ਕਰਾਂਗੇ। ਮੈਨੂੰ ਨਹੀਂ ਸਮਝ ਆਈ। ਮੈਂ ਤੇ ਸਾਰਾ ਇਤਿਹਾਸ ਤੀਜੀ ਵਾਰ ਪੜ੍ਹ ਲਿਆ, ਸੁਣਾ ਰਹੇ ਆ। ਕਿਹੜੀ ਉਹ ਥਾਂ ਜਿੱਥੇ ਗੁਰੂ ਸਾਹਿਬ ਏਦਾਂ ਕਹਿੰਦੇ ਆ ਵੀ ਇਸੇ ਥਾਂ ਉੱਤੇ ਆ ਕੇ ਇੱਥੇ ਸੇਵਾ ਕਰਾਏਂਗਾ, ਇੱਥੇ ਆ ਦੇਂਗਾ, ਤੇਰੀ ਵਿਸ਼ ਪੂਰੀ ਹੋਊਗੀ। ਇਹ ਗੁਰੂ ਕਹਿੰਦੇ। ਹਾਂ, ਇਹ ਸੁਭਾਵਿਕ ਗੱਲ ਹੈ, ਜਿੱਥੇ ਗੁਰੂ ਦੇ ਚਰਨ ਪਏ ਉਹ ਥਾਂ ਤੇ ਕੋਈ ਜਾਏਗਾ, ਹਿਰਦਾ ਸ਼ੁੱਧ ਹੋਏਗਾ, ਬਿਨਾਂ ਮੰਗਿਆ ਸਭ ਕੁਝ ਮਿਲੇਗਾ, ਬਿਨਾਂ ਮੰਗੇ। ਕਿੱਥੇ ਮਰਦ ਨੇ ਕਹਿਤਾ ਵੀ ਇੱਥੇ ਆਏਗਾ ਤੇ ਵੀਜ਼ਾ ਲੱਗੂਗਾ। ਉਹਦੇ ਦਰ ਤੋਂ ਜੋ ਮਰਜ਼ੀ ਮੰਗ ਲਓ, ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਦੇਵੇ। ਪਾਰਟਿਕੂਲਰ ਕੋਈ ਇੱਕ ਚੀਜ਼ ਮੰਗਣੀ ਪੈਣੀ ਉਹਦੇ ਕੋਲੋਂ ਵੀ ਇੱਥੇ ਆਹੀ ਮਿਲੂਗਾ, ਦੂਜੀ ਚੀਜ਼ ਹੀ ਮਿਲਣੀ ਕੋਈ ਨਹੀਂ, ਇੱਥੇ ਆ ਮਿਲ ਜੂਗਾ, ਨਹੀਂ, ਸਭ ਕੁਝ ਮਿਲਦਾ ਹੈ। ਪਰ ਮੰਗਣ ਵਾਲੇ ਦੀ ਬਿਰਤੀ ਕਿੱਥੇ ਖੜੀ ਉਹਦੇ ਡਿਪੈਂਡ ਹੈ। ਤੂੰ ਰੱਬ ਮੰਗਣਾ ਹੈ, ਉਹਦੇ ਨਾਮ ਦੀ ਦਾਤ ਮੰਗਣੀ ਹੈ, ਜਾਂ ਦੁਨਿਆਵੀ ਪਦਾਰਥ ਮੰਗਣੇ ਨੇ, ਬੰਦਿਆ ਇਹ ਤੇਰੇ ਤੇ ਹੈ, ਤੂੰ ਕੀ ਮੰਗਣਾ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਝੰਡਿਆ ਤੇਰਾ ਸਾਥੀ ਇੰਦਰ ਸੈਨ ਜੋ ਨਾਲ ਬੈਠਾ ਹੈ ਇਹਨੂੰ ਗੱਦੀ ਬਖਸ਼ਣ ਲੱਗੇ, ਪਰ ਉਹ ਕਹਿੰਦਾ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਗੱਦੀ ਨਾ ਬਖਸ਼ੋ, ਮੇਰੀ ਸੁਰਤ ਇਕਾਗਰ ਹੈ, ਮੈਂ ਆਪਣੇ ਆਨੰਦ ਵਿੱਚ ਹਾਂ। ਅਬ ਮੁਝ ਰਹੀ ਨ ਲਾਲਸੇ ਸੀ, ਆਇਸੇ ਆਪ ਕਰਤ ਹੋ ਜੈਸੀ। ਪਾਤਸ਼ਾਹ ਜੋ ਆਪ ਆਗਿਆ ਦੇ ਰਹੇ ਹੋ, ਹੁਕਮ ਕਰਦੇ ਹੋ, ਮੇਰੇ ਅੰਦਰ ਕੋਈ ਲਾਲਸਾ ਨਹੀਂ, ਚਾਹਤ ਹੀ ਨਹੀਂ ਰਹੀ, ਇੱਛਾ ਹੀ ਨਹੀਂ ਰਹੀ। ਕੋਈ ਇੱਛਾਵਾਂ ਦਾ ਤਰੋੜ, ਇੱਛਾਵਾਂ ਪਿੱਛੇ ਭੱਜੇ ਫਿਰਦੇ, ਪੂਰੀਆਂ ਨਹੀਂ ਹੁੰਦੀਆਂ। ਰੱਬ ਬਦਲ ਲਈਦਾ, ਧਾਰਮਿਕ ਥਾਂ ਬਦਲ ਲਈਦਾ, ਪਹਿਰਾਵਾ ਬਦਲ ਲਈਦਾ, ਫਿਰਦੇ ਆ ਨਾ। ਉਹ ਕਹਿੰਦੇ ਬਾਬਾ ਜੀ ਮੈਨੂੰ ਇੱਛਾ ਕੋਈ ਨਹੀਂ, ਆਪ ਤੁਹਾਡਾ ਦਿੱਤਾ ਹੋਇਆ ਰੁਤਬਾ ਵੀ ਮੈਨੂੰ ਨਹੀਂ ਚਾਹੀਦਾ। ਰੱਬ ਕਹਿੰਦਾ ਤੈਨੂੰ ਰੁਤਬਾ ਦੇਣਾ ਹੈ, ਤੇ ਰੱਬ ਦਾ ਸਿੱਖ ਕਹਿੰਦਾ ਜੀ ਮੈਂ ਲੈਣਾ ਹੀ ਨਹੀਂ। ਵਾਹ, ਜੀਵਨ ਹੋਵੇ ਤੇ ਐਸਾ, ਅੰਦਰ ਲਾਲਚੀ ਨਹੀਂ ਹੋਵੇ, ਸਵਾਰਥ ਕੋਈ ਨਹੀਂ। ਦੀਨ ਕਾਲ ਜਗ ਜਾਨੋ ਨਹੀਂ,
ਜਿਉ ਸੰਜਾਮਤਾ ਕਜਲ ਮਾਹੀ। ਸਤਿਗੁਰੂ ਜੀ ਤਿੰਨੇ ਕਾਲਾਂ ਵਿੱਚ ਤੁਸੀਂ ਸਤ ਹੋ। ਮੇਰਾ ਜੀਵਨ ਤੇ ਇਦਾਂ ਹੈ ਜਿੱਦਾਂ ਕਜਲੇ ਦੇ ਪੱਥਰ ਨੂੰ ਘਸਾਈ ਚਲੋ ਕਾਲਖੀ ਨਿਕਲਣੀ। ਕਦੇ ਸੁਰਮੇ ਨੂੰ ਘਸਾਇਆ ਸਫੇਦ ਪਾਊਡਰ ਨਿਕਲਿਆ, ਕਾਲਖੀ ਨਿਕਲੀ। ਨਿਮਰਤਾ ਦੇਖੋ ਕਿੱਡੀ ਹੈ। ਗੁਰੂ ਦਾ ਰੂਪ ਹੋ ਗਿਆ, ਗੁਰੂ ਵਰਗਾ ਹੋ ਗਿਆ, ਅਜੇ ਵੀ ਕਹਿੰਦਾ ਮਰਦ ਕਜਲੇ ਵਰਗੇ ਕਾਲੇ ਆ ਤੇ ਮੇਰੇ ਵਰਗਾ ਦਿਲ ਦਾ ਕਾਲਾ। ਕਹਿੰਦਾ ਲੈ ਸਾਡੇ ਵਰਗਾ ਤੇ ਧਰਮੀ ਬੰਦਾ ਕੋਈ ਨਹੀਂ। ਅਸੀਂ ਤੇ ਭਗਤ ਬਹੁਤ ਵੱਡੇ ਆ ਰੱਬ ਦੇ। ਕਿਤੇ ਨਾ ਕਿਤੇ ਚੀਜ਼ਾਂ ਪ੍ਰਸੰਗਾਂ ਨੂੰ ਪੜ੍ਹ ਕੇ ਅੰਦਰ ਬੜਾ ਪਛਤਾਵਾ ਹੁੰਦਾ ਵੀ ਆਪਾਂ ਖੜੇ ਕਿੱਥੇ ਆ। ਕਦੇ ਸਾਡੇ ਤੇ ਵੀ ਉਹ ਸਮਾਂ ਸਾਡਾ ਉਧਾਰ ਹੋਵੇ। ਸਾਡੇ ਕੋਲ ਸਿਰਫ ਫੋਕਟ ਧਰਮ ਦੀਆਂ ਗੱਲਾਂ ਰਹਿ ਗਈਆਂ, ਅੰਦਰ ਨਿਮਰਤਾ, ਪਿਆਰ, ਗਰੀਬੀ, ਹਲੀਮੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਜਵਾਬ ਦੇਤਾ ਮਰਦ ਵੇਖ ਕੇ ਹੈਰਾਨ ਕਿਉਂ ਨੇ ਵੀ ਇਹ ਉਹ ਹੈ ਜੋ ਰਾਜੇ ਦਾ ਭਾਣਜ ਹੈ, ਭਗਤੀ ਕਰਦਾ ਹੈ। ਭਗਤੀ ਕਰਦਾ ਇਸ ਰੁਤਬੇ ਤੇ ਪਹੁੰਚ ਗਿਆ ਅੱਜ ਭਗਤੀ ਦਾ ਕੋਈ ਵੱਡਾ ਅਹੁਦਾ ਲੈਣ ਨੂੰ ਵੀ ਤਿਆਰ ਨਹੀਂ। ਕਹਿੰਦਾ ਮਰਦ ਮੈਨੂੰ ਇੱਛਾ ਹੀ ਕੋਈ, ਮੈਂ ਦੁਨੀਆ ਦੇ ਹਰ ਧਰਮੀ ਬੰਦੇ ਦੇ ਅੰਦਰ ਇੱਛਾ ਮੈਂ ਜਥੇਦਾਰ ਬਣ ਜਾ, ਮੈਂ ਵੱਡਾ ਪੂਜਨੀਕ ਹੋ ਜਾ, ਲੋਕੀ ਮੇਰੇ ਪੈਰੀ ਹੱਥ ਲਾਉਣ। ਆ ਵੇਖੋ ਧਰਮ। ਇੰਦਰਸੈਨ ਕਹਿੰਦਾ ਬਾਬਾ ਜੀ ਇਹ ਕਿਰਪਾ ਝੰਡਾ ਜੀ ਤੇ ਕਰਦੇ, ਮੈਨੂੰ ਕੋਈ ਰੁਤਬਾ, ਕੋਈ ਇੱਛਾ, ਕੋਈ ਅਹੁਦਾ ਨਹੀਂ ਚਾਹੀਦਾ। ਸਰਬਮਈ ਪਰਮਾਤਮ ਏਕਾ ਆਵਾ ਤੁਮ ਤੇ ਐਸ ਬਬੀਕਾ। ਗੁਰੂ ਸਾਹਿਬ ਕਹਿੰਦੇ ਕਿਉਂ ਨਹੀਂ ਚਾਹੀਦਾ ਭਾਈ ਰੁਤਬਾ? ਕਹਿੰਦਾ ਮਾਲਕ ਜੀ ਤੁਹਾਡੇ ਤੋਂ ਸਾਰਾ ਕੁਝ ਹੀ ਪਾ ਲਿਆ, ਰਿਹਾ ਕੀ ਹੈ? ਰੁਤਬੇ ਦੀ ਆਸ ਤੇ ਉਹਨੂੰ ਐ ਜਿਹਨੂੰ ਲੱਗਦਾ ਵੀ ਇਸ ਰੁਤਬੇ ਤੋਂ ਵੱਡਾ ਤੇ ਕੁਝ ਮਿਲਣਾ ਨਹੀਂ ਸੀ, ਆਹੀ ਲੈ ਲਓ ਆਪਸ਼ਨ। ਕਹਿੰਦੇ ਮਰਦ ਮੈਨੂੰ ਰੱਬ ਮਿਲ ਗਿਆ, ਮੈਨੂੰ ਪਰਮਾਤਮਾ ਮਿਲ ਗਿਆ, ਮੈਨੂੰ ਤੇ ਸਰੀਰ ਨਾਲ ਮੋਹ ਨਹੀਂ ਰਿਹਾ। ਜਾਨ ਕੱਲ ਨਿਕਲਦੀ ਇਸੇ ਪਲ ਨਿਕਲ ਜੇ, ਕੋਈ ਡਰ ਨਹੀਂ, ਕੋਈ ਗਮ ਨਹੀਂ, ਤੇ ਮੈਂ ਇਹਨਾਂ ਰੁਤਬਿਆਂ ਤੋਂ ਲੈਣਾ ਕੀ ਹੈ? ਨਿਸ਼ਚੈ ਦ੍ਰਿੜ ਜਗਤ ਨਹਿ ਲਖਾਇਆ, ਮੰਜੀ ਪਰ ਝੰਡਾ ਬੈਠਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਇੰਦਰਸੈਨ ਜੀ ਦਾ ਨਿਸ਼ਚਾ ਬਹੁਤ ਵੱਡਾ ਹੀ ਡੁੱਲਣਾ ਨਹੀਂ। ਇਹ ਕਿਹੜਾ ਨਿਸ਼ਚੈ ਹੈ ਜਿਹਦੇ ਬਾਰੇ ਗੁਰੂ ਕਲਗੀਧਰ ਕਹਿੰਦੇ ਨਿਸ਼ਚੈ ਕਰ ਆਪਣੀ ਜੀਤ ਕੋ। ਕਹਿੰਦੇ ਨਿਸ਼ਚਾ ਬਣਾ ਅੰਦਰ, ਤੇਰੀ ਜਿੱਤ ਤਾਂ ਹੋਣੀ ਹੈ। ਜਿੱਤਣ ਦਾ ਨਿਸ਼ਚਾ ਜਿੱਦਣ ਹੋ ਗਿਆ ਨਾ, ਦੁਨੀਆ ਦੀ ਕੋਈ ਰੁਕਾਵਟ ਤੁਹਾਡੇ ਲਈ ਰੁਕਾਵਟ ਨਹੀਂ। ਜੋ ਚਾਹੋਗੇ ਪਾ ਲਓਗੇ, ਪਰ ਨਿਸ਼ਚਾ ਦਿਓਗੇ। ਸਾਡੇ ਅੰਦਰ ਨੈਗੇਟਿਵਿਟੀ ਹੈ, ਮੈਂ ਆ ਪ੍ਰਾਪਤ ਕਰ ਸਕਦਾ, ਮੈਨੂੰ ਮਿਲ ਜਾਏਗਾ ਕਿ ਨਹੀਂ, ਐਫਰਟ ਕਰ ਰਹੇ ਆ, ਚਲੋ ਵੇਖੀ ਜਾਓ, ਨਾ ਮਿਲਿਆ ਸਾਡੀ ਕਿਸਮਤ, ਮਿਲ ਗਿਆ ਗੁਰੂ ਦੀ ਕਿਰਪਾ, ਇੱਥੇ ਖੜੇ। ਪਰ ਜਿਹਨੂੰ ਆਸ ਆਪਣੇ ਸਤਿਗੁਰ ਤੇ ਭਰੋਸਾ ਹੈ, ਉਹ ਕਹਿੰਦਾ ਮੈਂ ਜਿਹੜੀ ਚੀਜ਼ ਨੂੰ ਹੱਥ ਪਾ ਲਾਂ ਮੈਨੂੰ ਪ੍ਰਾਪਤ ਹੋਣੀ ਹੀ ਹੋਣੀ ਹੈ, ਇਹ ਮੇਰੇ ਮਾਲਕ ਦੀ ਰਹਿਮਤ। ਜਦੋਂ ਨੇ ਇਸ਼ਾਰਾ ਕੀਤਾ ਮਰਜ ਭਾਈ ਝੰਡਾ ਜੀ ਤੇ ਕਿਰਪਾ ਕਰ ਦਿਓ, ਸਤਿਗੁਰ ਕਹਿੰਦੇ ਝੰਡੇ ਆ ਉੱਠ ਫਿਰ। ਉਹ ਨਹੀਂ ਬੋਲੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਮਰ ਕਸਾ ਖੋਲਿਆ, ਸੀਸ ਉੱਤੇ ਲਾ ਭਾਈ ਝੰਡਾ ਜੀ ਨੂੰ ਕਹਿਣ ਲੱਗੇ ਪਿਆਰੇ ਸਿੱਖ ਝੰਡਿਆ, ਤੈਨੂੰ ਇਸ ਰੁਤਬੇ ਤੇ ਬਿਠਾਉਣ ਲੱਗੇ ਆ। ਸਰਬ ਦੇਸ਼ ਕੋ ਸਤਿਗੁਰ ਕਰਕੇ, ਹੋਰ ਕੋ ਪਠਾਰ ਜਾਏ ਉਚਰ ਕੇ। ਇੰਨੇ ਨੂੰ ਲੋਕਾਂ ਦਾ ਇਕੱਠ ਹੋ ਗਿਆ ਜੀ ਉੱਥੇ। ਗੁਰੂ ਸਾਹਿਬ ਉੱਚੀ ਥਾਂ ਤੇ ਬਿਠਾ ਕੇ ਥੜੇ ਤੇ ਦੋਨੇ ਹੱਥ ਜੋੜ ਨਮਸਕਾਰ ਕਰਕੇ ਕਹਿੰਦੇ ਝੰਡਾ ਜੀ ਅੱਜ ਤੋਂ ਤੁਸੀਂ ਇਸ ਦੇਸ਼ ਦੇ ਪੂਰੇ ਸਤਿਗੁਰੂ ਹੋ। ਆਖੋ ਸਤਿਨਾਮ ਸਤਿਗੁਰੂ। ਕਿਹਨੇ ਬਣਾਇਆ ਹੈ? ਗੁਰੂ ਨਾਨਕ ਸਾਹਿਬ ਨੇ। ਤੇ ਅੱਜ ਪੰਜਾਬ ਦੀ ਧਰਤੀ ਤੇ ਕਿੰਨੇ ਸਤਿਗੁਰੂ, ਕੋਈ ਧੰਨ ਧੰਨ ਸਤਿਗੁਰੂ, ਕੋਈ ਸਤਿਗੁਰੂ ਫਿਰਦੇ ਆ ਨਾ ਕੰਧਾਂ 'ਚ ਵੱਜਦੇ, ਹਸਪਤਾਲਾਂ 'ਚ ਦਾਖਲ, ਪਰ ਲੋਕ ਪਤਾ ਨਹੀਂ ਕਿਉਂ ਪਿੱਛੇ ਲੱਗੇ ਹੋਈ, ਮੱਥੇ ਟੇਕ ਤੇ ਨੱਕ ਘਸਾਉਂਦੇ ਫਿਰਦੇ ਪੜ੍ਹੇ। ਸੱਚਾ ਸਤਿਗੁਰੂ ਤੇ ਇੱਕ ਪਰਮਾਤਮਾ ਹੈ। ਸਤਿਗੁਰੂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਪਰਮੇਸ਼ਵਰ ਹੈ, ਕੋਈ ਉਹ ਤੋਂ ਬਿਨਾਂ ਸਤਿਗੁਰੂ ਕੌਣ ਹੋ ਗਿਆ? ਪਰ ਗੁਰੂ ਸਾਹਿਬ ਨੇ ਭਾਈ ਝੰਡਾ ਜੀ ਨੂੰ ਇਸ ਦੇਸ਼ ਦਾ ਸਤਿਗੁਰੂ ਬਣਾਤਾ। ਸਤਿਗੁਰੂ ਕਹਿੰਦੇ ਆ ਸੱਚ ਪੁਰਖ ਨੂੰ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ। ਜਿਹਨੇ ਉਸ ਸਤ ਪਰਮਾਤਮਾ ਨੂੰ ਜਾਣ ਲਿਆ। ਮਰਦ ਨੇ ਇਹੀ ਕਿਹਾ ਸੀ ਨਾ, ਪਹਿਲੇ ਬਚਨ ਕੀ ਸੀ ਯਾਦ ਕਰੋ। ਕਹਿੰਦੇ ਮਰਦ ਨਾਮ ਜਪਦੇ ਆ, ਭਗਤੀ ਕਰਦੇ, ਅੰਦਰ ਸੈਨਾ ਮਿਲ ਕੇ। ਮਰਦ ਕਹਿੰਦੇ ਭਗਤੀ ਕਰ ਦਿਓ, ਜਾਣਿਆ ਤਾਂ ਨਹੀਂ ਪ੍ਰਭੂ ਨੂੰ, ਪਛਾਣਿਆ ਤਾਂ ਨਹੀਂ ਨਾ। ਹੁਣ ਉਹੀ ਵਚਨ ਆਉਂਦਾ ਏ, ਸਤਿਪੁਰਖ ਜਿਹਨੇ ਜਾਣਿਆ, ਅਕਾਲ ਪੁਰਖ ਉਹੀ ਸਤਿਗੁਰੂ ਹੈ। ਮਰਦ ਕਹਿੰਦੇ ਝੰਡੇ ਅੱਜ ਤੋਂ ਤੂੰ ਇਸ ਦੇਸ਼ ਦਾ ਗੁਰੂ ਹੈ। ਪਰ ਭਾਈ ਝੰਡਾ ਜੀ ਅੰਦਰ ਕੋਈ ਹਉਮੈ ਨਹੀਂ, ਕੋਈ ਮਾਣ ਨਹੀਂ, ਕੋਈ ਖੁਸ਼ੀ ਨਹੀਂ, ਮੈਨੂੰ ਗੁਰੂ ਬਣਾਤਾ।
ਸਾਰੇ ਲੋਕਾਂ 'ਚ ਮਰਦ ਨੇ ਹੁਕਮ ਕਰਦਾ ਉਸ ਵੇਲੇ, ਕਹਿੰਦੇ ਅੱਜ ਤੋਂ ਬਾਅਦ ਸਭ ਨੇ ਇਹਨੂੰ ਗੁਰੂ ਮੰਨਣਾ ਹੈ। ਕਿਸੇ ਨੇ ਇਹਨੂੰ ਝੰਡਾ ਨਹੀਂ ਕਹਿਣਾ, ਭਾਈ ਝੰਡਾ ਜੀ, ਸਤਿਗੁਰੂ ਝੰਡਾ ਜੀ। ਇਹੀ ਬਚਨ ਗੁਰੂ ਕਲਗੀਧਰ ਜੀ ਨੇ 10ਵੇਂ ਜਾਮੇ 'ਚ ਪੂਰੇ ਕੀਤੇ ਆ। ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਗੁਰੂ ਨਿਵਾਸ। ਕੀ ਫਰਕ ਹੈ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ? ਇੱਕੋ ਹੀ ਜੋਤ ਹੈ। ਉਹਨਾਂ ਵੀ ਸਿੱਖਾਂ ਨੂੰ ਗੁਰੂ ਬਣਾਇਆ, ਸਿੱਖਾਂ ਨੂੰ ਆਪਣਾ ਰੂਪ ਬਣਾਇਆ। ਗੁਰੂ ਕਲਗੀਧਰ ਜੀ ਨੇ ਉਹੀ ਸੇਧ ਚੱਲ ਰਹੀ ਹੈ, ਉਹੀ ਜੋਤ ਵਰਤ ਰਹੀ ਹੈ। ਨਗਰ ਦੇ ਲੋਕਾਂ 'ਚ ਰੌਲਾ ਪੈ ਗਿਆ, ਕਹਿੰਦੇ ਝੰਡੇ ਵਾਢੀ ਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਬਣਾਤਾ। ਲੋਕਾਂ ਲਈ ਤੇ ਆਮਦਿਆ ਬੰਦਾ ਸੀ, ਲੱਕੜੀ ਦਾ ਕੰਮ ਕਰਦਾ ਹੈ, ਜਿਵੇਂ ਭਾਈ ਲਾਲੋ ਕਰਦੇ ਸੀ। ਬੇਟੀ ਕਹਿੰਦੇ ਆ ਤਰਖਾਣ ਨੂੰ, ਲੱਕੜ ਦਾ ਕੰਮ ਕਰਨ ਵਾਲੇ ਨੂੰ, ਜੋ ਮੰਜੀਆਂ ਮੁੰਜੀਆਂ ਪੀੜੀਆਂ ਇਹ ਵਗੈਰਾ ਚੀਜ਼ਾਂ ਠੀਕ ਕਰਦੇ, ਘਰੇਲੂ ਕਰਦੇ। ਸਤਿਗੁਰ ਕਹਿੰਦੇ ਅੱਜ ਇਹ ਮੰਜੀ ਤੇ ਬੈਠੇ ਨੇ, ਇੱਥੋਂ ਦੇ ਜਥੇਦਾਰ ਨੇ, ਇੱਥੋਂ ਦੇ ਗੁਰੂ ਹਨ। ਭਾਈ ਇਹਨਾਂ ਦੇ ਦਰ ਤੇ ਜੋ ਅਰਦਾਸ ਕਰੋਗੇ ਉਹ ਪੂਰੀ ਕਰਨਗੇ, ਕਿਉਂਕਿ ਸਮਰੱਥਾ ਰੱਖਦੇ ਆ ਪੂਰੀ ਕਰਨ। ਇਹ ਸਤਿਗੁਰੂ ਹਨ। ਭਾਈ ਪ੍ਰਗਟ ਸਭ ਨਗਰ ਮਝਾਰੂ, ਮਨ ਜੇ ਪਸ ਪਰ ਕਰਤ ਉਚਾਰੂ। ਸਾਰੇ ਨਗਰ ਸ਼ਹਿਰ ਵਿੱਚ ਰੌਲਾ ਪੈ ਗਿਆ ਵੀ ਝੰਡੇ ਨੂੰ ਗੁਰੂ ਬਣਾਤਾ, ਖੁੱਡ ਚਰਚਾ ਬਣ ਗਈ। ਇਹੋ ਜਿਹੀਆਂ ਗੱਲਾਂ ਛੇਤੀ ਫੈਲਦੀਆਂ ਨੇ। ਜਿੰਨੀਆਂ ਜਾਤਾਂ ਦੇ ਲੋਕ ਸੀ, ਕੋਈ ਇਹਦੀ ਓਬਜੈਕਸ਼ਨ ਕਰਦਾ ਹੈ, ਕੋਈ ਖੁਸ਼ ਹੁੰਦਾ ਹੈ, ਕੋਈ ਕਹਿੰਦਾ ਇਹ ਹੋ ਕੀ ਗਿਆ, ਕੋਈ ਕਹਿੰਦਾ ਅਸੀਂ ਨਹੀਂ ਜਾਣਦੇ ਗੁਰੂ ਨਾਨਕ ਸਾਹਿਬ ਤੋਂ। ਇਹ ਗੱਲਾਂ ਰਾਜੇ ਤੱਕ ਚਲੇ ਗਈਆਂ। ਰਾਜਾ ਸੁਦਰ ਸੈਨ, ਹੁਣ ਹਰ ਬੰਦਾ, ਜ਼ਰੂਰੀ ਨਹੀਂ ਹੈ ਤੁਹਾਡੇ ਨਾਲ 1000 ਬੰਦਾ ਜੁੜਿਆ ਤੇ 1000 ਹੀ ਬੰਦਾ ਤੁਹਾਡੀ ਅਕਲ ਨਾਲ ਸਹਿਮਤ ਹੈ। ਮਤ ਭੁਲੇਖਾ ਰੱਖਿਓ। ਕਈ ਵਾਰ ਨਾ ਆਪਣੀ ਪਤਨੀ ਬੰਦੇ ਦੀ ਉਹਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੀ, ਧੀ ਪੁੱਤ ਮਾਪਿਆਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ। ਲੋਕਾਂ ਦਾ ਕੀ ਹੈ ਜੀ, ਲੋਕ ਸਹਿਮਤ ਹੋਣਗੇ, ਲੋਕਾਂ ਗੱਲਾਂ ਕਰਨ। ਚੰਗੇ ਹੋ ਜਾਓ ਮਾੜੇ ਹੋ ਜਾਓ, ਇਹ ਤੇ ਇਹਨਾਂ ਦਾ ਫਰਜ਼ ਹੈ, ਇਹਨਾਂ ਦਾ ਕਰਮ ਹੈ। ਕਿਉਂ ਚਿੰਤਾ ਚੱਕੀ ਹੋਈ? ਉਹ ਐ ਕਹਿੰਦਾ ਖਰੀਦਾ। ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਰਹੇ, ਕਹਿੰਦੇ ਰਾਜੇ ਕੋਲ ਗੱਲਾਂ ਆਈਆਂ, ਚੰਗੀਆਂ ਵੀ ਮਾੜੀਆਂ ਵੀ। ਕੋਈ ਕਹਿੰਦਾ ਝੰਡਾ ਤੇ ਤਖਾਣ ਸੀ, ਉਹ ਗੁਰੂ ਕਿਵੇਂ ਹੋ ਸਕਦਾ ਹੈ? ਕਿਉਂਕਿ ਲੋਕ 4 ਧਰਮਾਂ 'ਚ ਵੰਡੇ ਹੋਏ ਆ, ਮਜ਼ਹਬਾਂ 'ਚ ਵੰਡੇ ਹੋਏ ਆ, ਖੱਤਰੀ ਬ੍ਰਾਹਮਣ ਸ਼ੂਦਰ ਤੇ ਬਹਿਸ। ਕਿਸੇ ਨੇ ਓਬਜੈਕਸ਼ਨ ਕੀਤਾ, ਕਿਸੇ ਨੇ ਵਧੀਆ ਕੀਤਾ, ਕਹਿੰਦੇ ਭਗਤੀ ਕਰਦਾ ਸੀ ਚੰਗਾ, ਇਹ ਕਿਸੇ ਚੰਗੇ ਗੁਰੂ ਦਾ ਸੰਗ ਹੋ ਗਿਆ। ਇਹ ਵੀ ਨਾਲ ਰਾਜੇ ਕੋਲ ਗੱਲ ਆ ਗਈ, ਕਹਿੰਦੇ ਇੰਦਰ ਸੈਨ ਵੀ ਉੱਠ ਬੈਠਾ। ਰਾਜਾ ਬੜਾ ਹੈਰਾਨ ਹੈ ਵੀ ਮੇਰੇ ਭਾਣਜੇ ਨੂੰ ਗੁਰੂ ਕਿਉਂ ਨਹੀਂ ਬਣਾਇਆ। ਆਹੀ ਗੱਲ ਹੋਈ ਵੀ ਭਾਣਜਾ ਮੇਰਾ ਵੀ ਤੇ ਝੰਡੇ ਨਾਲ ਬੈਠਾ ਏ, ਝੰਡਾ ਇੱਕ ਆਮ ਜਿਹਾ ਬੰਦਾ, ਮੈਂ ਰਾਜਾ, ਇੰਦਰ ਸੈਨ ਗੁਰੂ ਕਿਉਂ ਨਹੀਂ ਹੋਇਆ? ਅੱਧੀ ਖਬਰ ਪਹੁੰਚੀ ਹੈ ਨਾ ਉਹਦੇ। ਜਦ ਕਿ ਗੁਰੂ ਸਾਹਿਬ ਕਹਿੰਦੇ ਇੰਦਰ ਸੈਨ ਤੈਨੂੰ ਅਸੀਂ ਆਪਣਾ ਰੂਪ ਬਣਾਉਂਦੇ ਹਾਂ। ਕਹਿੰਦਾ ਮਹਾਰਾਜ ਮੈਂ ਸਭ ਕੁਛ ਹਾਂ ਜੀ ਤੁਹਾਡਾ, ਪਰ ਜੇ ਕਹੋ ਇਹ ਰੁਤਬੇ ਤੇ ਬਹਿ ਕੇ ਲੋਕਾਂ ਨੂੰ ਉਪਦੇਸ਼ ਦੇ ਹੁਣ ਇੰਨੇ ਜੋਗਾ ਮੈਂ ਨਹੀਂ ਹਾਂ। ਇਹ ਤੇ ਭਾਈ ਇੰਦਰ ਸੈਨ ਦੀ ਕਿਰਪਾ ਨਾਲ ਝੰਡੇ ਨੂੰ ਗੱਦੀ ਮਿਲੀ। ਗੁਰੂ ਨਾਨਕ ਸਾਹਿਬ ਦੀ ਬਖਸ਼ੀ ਹੋਈ ਬਖਸ਼ਿਸ਼, ਬਖਸ਼ੀ ਹੋਈ ਦਾਤ ਨਗਰ ਵਿੱਚ ਪ੍ਰਚਲਿਤ ਹੋ ਗਈ। ਹੋਈ ਸੁੰਦਰ ਸੈਨ ਸੋਧਿਐ ਸੇ, ਤਪਾ ਸਾਧਕੋ ਬਾਹਰ ਬੈਸੇ। ਰਾਜਾ ਸੁਦਰ ਸੈਨ ਪੁੱਛਦਾ ਹੈ, ਕਹਿੰਦਾ ਆਖਰਕਾਰ ਪਤਾ ਤੇ ਕਰੋ ਵੀ ਗੁਰੂ ਕੌਣ ਹੈ, ਸਾਧ ਕੌਣ ਆ ਜਿਹੜਾ ਬਾਹਰ ਆਇਆ, ਜਿਹਨੇ ਭਾਈ ਝੰਡੇ ਨੂੰ ਗੁਰੂ ਬਣਾਤਾ? ਕੋਈ ਤੇ ਹੋਊਗਾ। ਉਹ ਕਹਿੰਦੇ ਜੀ ਨਾਨਕ ਤਪਾ ਜੀ, ਪੰਜਾਬੋਂ ਚੱਲ ਕੇ ਆਏ ਨੇ, ਵੇਦੀਆਂ ਦੀ ਵੰਸ਼ ਦੇ ਮਾਲਕ ਨੇ। ਉਹ ਆਪ ਪਰਮੇਸ਼ਰ ਦਾ ਰੂਪ ਦੱਸੇ ਜਾਂਦੇ ਨੇ, ਗਿਣੇ ਮੰਨੇ ਜਾਂਦੇ ਆ। ਕਹਿੰਦਾ ਵੀ ਮੈਂ ਨਹੀਂ ਮੰਨਦਾ। ਹੁਣ ਰਾਜਾ ਤੇਰਾ ਜੀ ਕਹਿੰਦਾ ਜਾ ਤੇ ਉਹ ਸਾਧੂ ਨੂੰ ਫੜ ਕੇ ਲਿਆਓ, ਵੇਖਾ ਤੇ ਸਹੀ ਜਿਹਨੇ ਝੰਡੇ ਨੂੰ ਗੁਰੂ ਬਣਾਇਆ ਹੈ ਆਪ ਕਿਉਂ। ਹੁਣ ਰਾਜਾ ਸੁਦਰ ਸੈਨ ਬੇਸ਼ੱਕ ਧਰਮੀ ਹੈ, ਪਰ ਜਦੋਂ ਆਪਾਂ ਕਿਸੇ ਨੂੰ ਜਾਣਦੇ ਹੀ ਨਹੀਂ, ਵੇਖੋ ਹੋ ਸਕਦਾ ਸਾਡੇ ਤੋਂ ਦੁਨੀਆ ਚੰਗੀ ਹੋਵੇ, ਬਹੁਤ ਲੋਕ ਚੰਗੇ ਸਾਡੇ ਕੋਠ ਤੇ ਬਹਿੰਦੇ ਹੋਣ, ਜਦੋਂ ਤੱਕ ਅਸੀਂ ਉਹਨਾਂ ਬਾਰੇ ਜਾਣਦੇ ਨਹੀਂ ਅਸੀਂ ਕੀ ਕਹਿ ਸਕਦੇ ਕੌਣ ਕਿੰਨਾ ਕੁ ਮਹਾਨ? ਇਹ ਤੇ ਮਿਲਿਆ ਪਤਾ ਲੱਗਦਾ। ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਜ਼ਿਕਰ ਚੱਲਿਆ, ਕੋਈ ਕੁਛ ਆਖੇ, ਕੋਈ ਕੁਛ ਆਖੇ, ਕੋਈ ਕਹਿੰਦਾ ਸਿੱਧ ਨੇ, ਕੋਈ ਕਹਿੰਦਾ ਪੀਰ ਨੇ, ਕੋਈ ਕਹਿੰਦਾ ਫਕੀਰ ਨੇ। ਸੁਦਰ ਸੈਨ ਦੇ ਮਨ 'ਚ ਇੱਛਾ ਹੋਈ ਵੀ ਇੱਕ ਵਾਰ ਉਹਨਾਂ ਨੂੰ ਇੱਥੇ ਬੁਲਾਵਾਂ ਤੇ ਸਹੀ, ਪਤਾ ਤੇ ਕਰਾਂ ਵੀ ਉਹ ਹੈ ਕੌਣ ਹੈ ਜਿਹਨੇ ਮੇਰੇ ਨਗਰ ਦੇ ਲੋਕਾਂ ਤੇ ਥੋਪ ਦਿੱਤਾ ਵੀ ਅੱਜ ਤੋਂ ਝੰਡੇ ਨੂੰ ਗੁਰੂ ਕਹਿਣਾ ਹੈ। ਇਹ ਤੇ ਰਾਜੇ ਲਈ ਮੁਸੀਬਤ ਬਣ ਗਈ ਨਾ, ਵੀ ਜਦੋਂ ਨਗਰ ਵਾਸਤੇ ਗੁਰੂ ਹੋ ਗਏ ਤੇ ਰਾਜੇ ਨੂੰ ਵੀ ਮੱਥਾ ਟੇਕਣਾ ਪੈਣਾ, ਸਾਰਿਆਂ ਨੂੰ ਟੇਕਣਾ ਪੈਣਾ, ਸਾਧੂ ਦਾ ਬਚਨ ਮੋੜਦਾ ਕੋਈ ਨਹੀਂ। ਸੁਦਰ ਸੈਨ ਦੇ ਮਨ ਵਿੱਚ ਇੱਛਾ ਹੋਈ, ਕਿਸੇ ਨੇ ਆਖਿਆ ਜੀ ਆਪਾਂ ਹੁਣੇ ਬੁਲਾ ਲੈਂਦੇ ਆ। 2 ਦਿਨਾਂ ਤੋਂ ਸਾਧੂ ਨਗਰੋਂ ਬਾਹਰ ਬੈਠੇ ਹਨ। ਝੰਡੇ ਕੋ ਸਤਿਗੁਰੂ ਬਣਾਇਆ, ਸੋ
ਕਰ ਏਕ ਪਠਾਇਆ। ਜਦੋਂ ਰਾਜੇ ਨੇ ਸੁਣਿਆ ਵੀ ਝੰਡਾ ਜੀ ਸਤਿਗੁਰੂ ਬਣ ਗਏ, ਹੁਣ ਉਹਦੇ ਲਈ ਤੇ ਆਮ ਹੀ ਬੰਦਾ ਸੀ, ਰਾਜ ਮਹਿਲ ਚਾਹੁੰਦਾ ਸੀ, ਪਲੰਗੇ ਪਲੰਗੇ ਠੀਕ ਕਰਦਾ ਸੀ, ਉਹ ਕਿੱਥੇ ਗੱਲ ਹਜਮ ਹੁੰਦੀ ਹੈ। ਕੋਈ ਸਾਡੇ ਘਰ ਪਰਿਵਾਰ 'ਚ ਆਮ ਜਿਹਾ ਬੰਦਾ ਵੱਡੇ ਅਹੁਦੇ ਤੇ ਪਹੁੰਚੇ, ਸਾਡਾ ਕੰਮ ਵਾਲਾ ਹੋਵੇ, ਕੋਈ ਸਾਡੇ ਘਰੇ ਪਲੰਬਰ ਆਉਂਦਾ ਹੋਵੇ ਵੱਡੇ ਰੁਤਬੇ ਤੇ, ਛੇਤੀ ਛੇਤੀ ਗੱਲ ਹਜਮ ਨਹੀਂ। ਅੱਛਾ ਉਹ ਬਾਹਰ ਚਲ ਗਿਆ, ਸੁਭਾਵਿਕ ਤੁਹਾਨੂੰ ਕੋਈ ਆਖੇ ਕਿ ਸਾਡਾ ਫਲਾਣਾ ਕੰਮ ਵਾਲਾ ਸੀ ਜੀ, ਉਹਦਾ ਮੁੰਡਾ ਤੇ ਅਮਰੀਕਾ ਸੈੱਟ ਹੋ ਗਿਆ ਹੈ, ਅੱਛਾ, ਕਿਉਂਕਿ ਸਾਡੇ ਅੰਦਰ ਮਾਣ ਆ ਵੀ ਸਾਡੇ ਪੰਜਾਬੀ ਹੋ ਜਾ ਸਕਦੇ, ਸਾਡੇ ਕੋਲ ਪੈਸੇ ਨੇ। ਜੇ ਕਿਸੇ ਕੰਮ ਵਾਲੇ ਦਾ, ਕੰਮ ਵਾਲੀ ਦਾ ਬੱਚਾ ਬਾਹਰ ਚਲੇਗਾ ਫਿਰ ਕੀ ਹੈ, ਉੱਥੇ ਜਾ ਕੇ ਵੀ ਤੇ ਲੇਬਰਾਂ ਹੀ ਕਰਦੀਆਂ ਨੇ, ਉੱਥੇ ਕਿਹੜਾ ਸਰਕਾਰੀ ਨੌਕਰੀ ਹੈ, ਉਹੀ ਕੰਮ ਇੱਥੇ ਨੇ, ਉਹੀ ਉੱਥੇ ਨੇ, ਕੋਈ ਵੀ ਜਾ ਸਕਦਾ। ਪਰ ਰਾਜੇ ਨੂੰ ਇਹ ਫਿੱਟ ਜਾਣਾ ਬੈਠਿਆ, ਉਹਨੇ ਇੱਕ ਵਿਅਕਤੀ ਭੇਜਿਆ ਵਜ਼ੀਰ, ਕਹਿੰਦਾ ਜਾਓ ਪਹਿਲਾਂ ਤੇ ਪਰਖ ਕੇ ਆਓ ਫਿਰ ਲੈ ਕੇ ਆਓ ਇੱਥੇ ਗੁਰੂ ਨਾਨਕ ਕੌਣ, ਜਿਨ੍ਹਾਂ ਬਾਰੇ ਕਦੇ ਸੁਣਿਆ ਨਹੀਂ, ਜਿਨ੍ਹਾਂ ਨੂੰ ਕਦੇ ਵੇਖਿਆ ਨਹੀਂ। ਝੰਡਾ ਇੰਦਰ ਸੈਨ ਤੇ ਕਾਲਾ, ਬੈਠੇ ਦਰਸ਼ਨ ਦੀਨ ਦਿਆਲਾ। ਜਦੋਂ ਕਹਿੰਦੇ ਉਹ ਵਜ਼ੀਰ ਚੱਲ ਕੇ ਕੋਲੇ ਆਇਆ, ਉਹਨੇ ਵੇਖਿਆ 3 ਫਕੀਰ ਬੈਠੇ ਆ, ਭਾਈ ਬਾਲਾ ਮਰਦਾਨਾ ਜੀ, ਗੁਰੂ ਨਾਨਕ ਸਾਹਿਬ, 2 ਸਾਥੀ ਬੈਠੇ ਕੋਲੇ, ਭਾਈ ਝੰਡਾ ਜੀ ਤੇ ਭਾਈ ਇੰਦਰ ਸੈਨ। ਇੰਦਰ ਸੈਨ ਨੂੰ ਵੇਖ ਕੇ ਉਹਨੇ ਸੀਸ ਨਵਾਇਆ, ਕਿਉਂਕਿ ਉਹ ਜਾਣਦਾ ਹੈ, ਉਹਨੂੰ ਪਤਾ ਹੈ ਵੀ ਸਰਕਾਰ ਹੈ, ਰਾਜੇ ਦਾ ਭਾਣਜਾ ਹੈ ਤੇ ਰਾਜਾ ਹੀ ਹੈ। ਹੁਣ ਇੱਕ ਬੰਦਾ VIP ਹੋਵੇ ਜੀ, ਅੱਜ ਦੇ ਸਮੇਂ ਲਾ ਲਓ ਹਿਸਾਬ, ਇੱਕ ਪਰਿਵਾਰ 'ਚੋਂ ਮੰਤਰੀ ਬਣ ਜੇ, ਮੈਂ ਕਹਿੰਦਾ ਨਿਆਣਿਆਂ ਨੂੰ ਵੀ ਸਿਕਿਉਰਿਟੀ ਮਿਲੀ ਹੁੰਦੀ, ਸਕੂਲ ਜਾਣ ਵਾਲਿਆਂ ਨੂੰ, ਸਰਕਾਰੀ ਗੱਡੀਆਂ 'ਚ ਘੁੰਮਦੇ ਫਿਰਦੇ ਆ, ਘਰ ਵਾਲੀ ਕੋਲ ਵੀ, ਪਰਿਵਾਰ ਕੋਲ ਵੀ, ਸਾਰਿਆਂ ਕੋਲ ਹੀ ਹੁੰਦਾ, ਸਾਰੇ VIP ਮੰਨੇ ਜਾਂਦੇ ਆ। ਹੁਣ ਜਦੋਂ ਭਾਈ ਝੰਡੇ ਦਾ ਸਾਥੀ ਇੰਦਰ ਸੈਨ ਹੈ, ਰਾਜੇ ਮਹਾਰਾਜਿਆਂ ਦੇ ਤੇ ਠਾਠ ਹੀ ਬਹੁਤ ਵੱਡੇ ਹੁੰਦੇ ਸੀ, ਪਰ ਇਹ ਐਡਾ ਸਿੱਧਾ ਸਾਦਾ, ਕਿਸੇ ਵਜ਼ੀਰ ਕੋਲ ਨਹੀਂ ਬਹਿੰਦਾ, ਕਿਸੇ ਰਾਜੇ ਕੋਲ ਨਹੀਂ ਜਾਂਦਾ, ਹਰ ਵੇਲੇ ਭਗਤੀ ਕਰਦਾ ਝੰਡਾ ਜੀ ਦੇ ਨਾਲ। ਕਹਿੰਦੇ ਉਸ ਵਜ਼ੀਰ ਨੇ ਨਮਸਕਾਰ ਕੀਤੀ, ਕੋਲ ਬਹਿ ਗਏ ਵੀ ਜਿੱਥੇ ਰਾਜੇ ਦੇ ਪਰਿਵਾਰ ਦਾ ਮੈਂਬਰ ਬੈਠਾ, ਉੱਥੇ ਬੋਲਣ ਤੋਂ ਪਹਿਲਾਂ ਕੁਝ ਸੋਚਣਾ ਪੈਣਾ ਏ। ਮਾਨਵ ਤਵਕ ਅਲਾਵਾ, ਕੌਣ ਤਪਾ ਤੁਮ ਵਿਖੇ ਕਹਾਵਾ। ਉਹ ਮਨੁੱਖ ਪੁੱਛਦਾ ਹੈ, ਕਹਿੰਦਾ ਜੀ ਤੁਹਾਡੇ ਸਾਰਿਆਂ ਚੋਂ ਤਪਾ ਜੀ ਕੌਣ ਨੇ, ਕਿਉਂਕਿ ਪਛਾਣ ਨਹੀਂ ਨਾ, ਭਾਈ ਬਾਲਾ, ਭਾਈ ਮਰਦਾਨਾ, ਗੁਰੂ ਨਾਨਕ ਸਾਹਿਬ ਮਹਾਰਾਜ। ਕਹਿੰਦੇ ਮੈਨੂੰ ਦੱਸਿਆ ਜਾਵੇ। ਇੰਦਰ ਸੈਨ ਕਹਿੰਦੇ ਕਿਹਨੇ ਪੁੱਛਿਆ, ਕਹਿੰਦੇ ਰਾਜਾ ਸੁੰਦਰ ਸੈਨ ਨੇ। ਦੱਸੋ ਇਹਨਾਂ ਦੇ ਵਿੱਚੋਂ ਨਾਨਕ ਤਪਾ ਜੀ ਕੌਣ ਹਨ। ਆਮੇ ਆਵੇ ਸ੍ਰੀ ਨਾਨਕ ਜਾਂ ਕੋ, ਨ੍ਰਿਪਤ ਬੁਝਾਵਤ ਹੈ ਅਬ ਤਾਂ ਕੋ। ਉਸ ਵੇਲੇ ਇੰਦਰ ਸੈਨ ਜੀ ਨੇ ਇਸ਼ਾਰਾ ਕੀਤਾ, ਇਹ ਹਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਕੰਮ ਕੀ ਹੈ, ਕਹਿੰਦੇ ਜੀ ਰਾਜੇ ਨੇ ਬੁਲਾਇਆ, ਸਮਾਂ ਸਮਾਪਤ ਹੈ ਜੀ, ਕੀ ਬੁਲਾਇਆ ਜਾਣਗੇ ਗੁਰੂ ਸਾਹਿਬ ਜਾਂ ਨਹੀਂ ਜਾਣਗੇ। ਇੰਦਰ ਸੈਨ ਵੀ ਕੋਲ ਬੈਠਾ ਤੇ ਝੰਡਾ ਗੱਦੀ ਤੇ ਬਿਠਾਤਾ ਕਿ ਝੰਡਾ ਜੀ ਨੂੰ ਰਾਜਾ ਪ੍ਰਵਾਨ ਕਰੂ, ਜਿਹੜਾ ਕਹਿੰਦਾ ਬਾਬੇ ਨਾਨਕ ਨੂੰ ਲਿਆਓ। ਇਹਨਾਂ ਪ੍ਰਸੰਗਾਂ ਨੂੰ ਕੱਲ ਦੇ ਦੀਵਾਨਾਂ 'ਚ ਸਰਵਣ ਕਰਕੇ ਆਨੰਦ ਮਾਣਾਂਗੇ। ਵਾਹਿਗੁਰੂ।